ਇਹ ਜੇ ਗਾਵਾਂ ਨਹੀਂ ਹੁੰਦੀਆਂ ਸਾਡੇ ਕੋਲ ਤਾਂ ਸਾਡਾ ਵਜੂਦ ਹੀ ਨਹੀਂ ਹੋਣਾ ਸੀ ਸਰ। ਇਹ ਮੇਰੇ ਚਾਚਾ ਜੀ ਪਿੱਛੇ ਬੈਠੇ ਹੈ, ਇਹ ਗ੍ਰੈਜੂਏਟ ਬੰਦਾ, ਅਨਇੰਪਲੋਇਡ ਬੰਦਾ। ਅਸੀਂ ਗਾਵਾਂ ਸਾਰੀਆਂ ਵੇਚ ਦਿੱਤੀਆਂ ਸੀ, ਸਾਡੇ ਕੋਲ ਕੁਝ ਵੀ ਹੈ ਨਹੀਂ ਸੀ। 9 ਬੱਚੀਆਂ ਸੀਗੀਆਂ ਸਾਡੇ ਕੋਲ। ਇਹ ਕੰਮ ਬੜਾ ਔਖਾ ਕੰਮ ਹੈ, ਟੇਢਾ ਕੰਮ ਹੈ। ਜਿਵੇਂ ਦੀ ਡਿਊਟੀ ਹੈ ਉਹ ਹਾਰਡ ਹੈ, ਇਹਦੇ 'ਚ ਕੋਈ ਛੁੱਟੀ ਨਹੀਂ ਮਿਲਦੀ ਤੁਹਾਨੂੰ, ਕੋਈ ਲੀਵ ਨਹੀਂ ਹੈ, ਕੋਈ ਬਾਰਿਸ਼ ਦੀ ਛੁੱਟੀ ਨਹੀਂ ਹੈ, ਤੁਸੀਂ ਕੋਈ ਵੈਕੇਸ਼ਨ 'ਤੇ ਨਹੀਂ ਜਾ ਸਕਦੇ। ਅਸੀਂ ਕਈ ਵਾਰ ਕੋਈ ਗਾਂ ਦੁੱਧ ਨਹੀਂ ਦਿੰਦੀ ਹੈ, ਸੋਟੀ ਮਾਰਦੀ ਹੈ, ਸਪੋਜ਼ ਕਰੋ ਉਹ ਰੋਂਦੀ ਹੈ, ਉਹਦੇ 'ਚ ਹੰਝੂ ਮਤਲਬ ਡਿੱਗਦੇ ਹੈ, ਤੁਹਾਨੂੰ ਪਤਾ ਲੱਗਦਾ ਹੈ। जैसे पर्टिकुलर तो साहिवाल जो गाय है तो वधिया गाय की पछाण है भी जो अलग अलग 4 थन लगे होने चाहिए, 4 तो ज़्यादा थन नहीं होने चाहिए कोई भी गाय। पूरे इंडिया का पूरे 3rd रैंक आया है। इन्हें लगभग 23.5 लीटर दूध पूरे दिन का दिता जी। ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ। ਮੈਂ ਹਾਂ ਤੁਹਾਡਾ ਆਪਣਾ ਅਵਤਾਰ ਸਿੰਘ। ਅੱਜ ਤੁਹਾਨੂੰ ਅਸੀਂ ਪਿੰਡ ਢਿੰਗਾਵਾਲੀ ਲੈ ਕੇ ਆਏ ਹਾਂ ਤੇ ਉੱਥੋਂ ਦੇ ਇੱਕ ਨੌਜਵਾਨ ਕਿਸਾਨ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਉਂ ਉਹਨਾਂ ਨੇ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਜਿਹੜਾ ਪਸ਼ੂ ਧਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਖਾਸ ਕਰ ਜੇਕਰ ਗੱਲ ਕੀਤੀ ਜਾਵੇ ਤਾਂ ਸਾਹੀਵਾਲ ਨਸਲ ਦੀਆਂ ਗਾਵਾਂ ਦੀ। ਸਾਡੇ ਨਾਲੋਂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰ ਇੱਥੋਂ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ। बहुत बहुत स्वागत है जी। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆਖਿਰ ਕਿੱਥੋਂ ਇਹ ਸ਼ੁਰੂਆਤ ਕੀਤੀ ਕਿ ਮਤਲਬ ਇੰਨੀ ਉੱਚ ਸਿੱਖਿਆ ਤੁਸੀਂ ਪ੍ਰਾਪਤ ਕੀਤੀ ਹੈ, MBA ਕੀਤੀ ਹੈਗੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਗਾਵਾਂ ਨੂੰ ਜਿੱਥੋਂ ਕਿ ਅੱਜ ਕੱਲ੍ਹ ਲੋਕ ਜਿਹੜੇ ਹੈਗੇ ਇਸ ਤੋਂ ਦੂਰ ਭੱਜ ਰਹੇ ਨੇ। ਸਰ ਇਹ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਇਹ ਸਾਡਾ ਫੈਮਿਲੀ ਬਿਜ਼ਨਸ, ਮਤਲਬ ਫੈਮਿਲੀ ਦਾ ਸ਼ੌਂਕ ਸੀਗਾ। ਸਾਡੇ 60 ਸਾਲ ਪਹਿਲਾਂ ਦਾਦਾ ਜੀ ਪਸ਼ੂ ਚਰਾਉਂਦੇ ਸੀ। ਉਸ ਤੋਂ ਬਾਅਦ ਜਿਵੇਂ ਪਿੱਛੇ ਮੇਰੇ ਅੰਕਲ ਜੀ ਬੈਠੇ ਹੈ, ਇਹਨਾਂ ਨੇ 2014 'ਚ ਗ੍ਰੈਜੂਏਸ਼ਨ ਵਗੈਰਾ ਕਰਕੇ ਤੇ ਅਸੀਂ ਮਿਲ ਕੇ ਪਹਿਲਾਂ ਸਾਡੇ ਕੋਲ ਰਾਠੀ ਗਾਵਾਂ ਹੁੰਦੀਆਂ ਸੀ ਸਾਰੀਆਂ। ਰਾਠੀ ਗਾਵਾਂ ਦਾ ਸ਼ੌਂਕ ਥੋੜ੍ਹਾ ਇਹਦੇ ਨਾਲ ਸਾਨੂੰ ਪ੍ਰੋਫਿਟ ਵੀ ਹੋਣ ਲੱਗਾ। ਸਾਡੇ ਕੋਲ ਬਹੁਤ ਘੱਟ ਪੈਲੀ ਹੈ ਤੇ ਜ਼ਰੂਰਤਾਂ ਸਾਡੀਆਂ ਜ਼ਿਆਦਾ ਸੀ, ਨੀਡ ਜ਼ਿਆਦਾ ਸੀ ਸਾਡੀਆਂ। ਧੀਰੇ ਧੀਰੇ ਕਰਕੇ 2014 'ਚ ਸਾਹੀਵਾਲ ਪ੍ਰੋਜੈਕਟ ਆਇਆ ਸੀ, ਨੈਸ਼ਨਲ ਡੇਅਰੀ ਡਿਵੈਲਪਮੈਂਟ ਦਾ, ਪੰਜਾਬ ਗੌਰਮੈਂਟ ਦਾ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਆਰਟੀਫਿਸ਼ੀਅਲ AI ਕਰਾਉਣ ਲੱਗੇ, ਬਾਹਰੋਂ ਸਿਮਰ ਗੌਰਮੈਂਟ ਦੇ ਸਿਲੈਕਟਡ ਸਿਮਰ ਖਵਾਉਣ ਲੱਗੇ। ਉਸ ਤੋਂ ਪਹਿਲਾਂ ਸਾਡੇ ਕੋਲ ਸਾਹੀਵਾਲ ਬੁੱਲ ਜ਼ਰੂਰ ਹੁੰਦੇ ਸੀ ਪਰ ਸਾਨੂੰ ਪੂਰੀ ਨੌਲੇਜ ਨਹੀਂ ਸੀ ਇਸ ਚੀਜ਼ ਦੀ ਤੇ ਧੀਰੇ ਧੀਰੇ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਸਰ। ਅੱਜ ਸਾਡੇ ਕੋਲ ਲਗਭਗ 100-150 ਪਸ਼ੂ ਹੈਗੇ ਤੇ ਹੁਣ ਅਸੀਂ ਪੂਰਾ ਦੁੱਧ ਹੈ ਜਿਹੜਾ ਬਾਜ਼ਾਰ 'ਚ ਸਪਲਾਈ ਕਰਦੇ ਹਾਂ। ਦੋਵਾਂ ਟਾਈਮਾਂ 'ਚ ਬਾਜ਼ਾਰ 'ਚ ਘਰਾਂ 'ਚ ਸਾਡਾ ਦੁੱਧ ਸਪਲਾਈ ਹੁੰਦਾ ਹੈ। ਮੇਨ ਸਰ ਕਾਰਨ ਅਗਰ ਆਪਾਂ ਇਨਕਮ ਵਾਈਜ਼ ਦੇਖੀਏ ਹਰੇਕ ਚੀਜ਼ ਨੂੰ ਵੀ ਇਨਕਮ ਕਿੰਨੀ ਹੈ, ਕਿਸ ਹਿਸਾਬ ਨਾਲ ਤੁਸੀਂ ਕਰ ਰਹੇ ਹੋ, ਇਹਦੇ ਨਾਲ ਦਾਲ ਰੋਟੀ ਵਧੀਆ ਚੱਲਦੀ ਹੈ। ਪ੍ਰੋਫਿਟ ਹੈ ਨਹੀਂ ਹੈ ਵੀ ਲੋਸ 'ਚ ਜਾਂਦਾ ਧੰਦਾ। ਸਭ ਤੋਂ ਪਹਿਲਾ ਕੰਮ ਇਹ ਹੈ ਵੀ ਆਪ ਦੀ ਜਿਵੇਂ ਮੇਨ ਪਾਵਰ ਹੋਣੀ ਚਾਹੀਦੀ ਹੈ। ਸਾਡੇ ਘਰ 'ਚ ਕਾਫੀ ਜਣੇ ਹੈ, ਸਾਨੂੰ ਕਿਸੇ ਹੋਰ ਦੇ ਖੇਤਾਂ 'ਚ ਮਜ਼ਦੂਰੀ ਕਰਨ ਨਹੀਂ ਜਾਣਾ ਪੈਂਦਾ, ਅਸੀਂ ਆਪ ਦਾ ਕੰਮ ਆਪ ਕਰ ਲੈਂਦੇ ਹਾਂ। ਅਤੇ ਦੂਜਾ ਸਰ ਇਹ ਨਸਲ ਧੀਰੇ ਧੀਰੇ ਕਰਕੇ ਖਤਮ ਹੁੰਦੀ ਜਾ ਰਹੀ ਹੈ। ਆਪਾਂ ਸੁਸਾਇਟੀ ਨੂੰ ਕਈ ਵਾਰ ਹੁੰਦਾ ਸਰ ਤੁਸੀਂ ਪੈਸੇ ਨਹੀਂ ਦੇ ਸਕਦੇ ਦਾਨ, ਕਿਵੇਂ ਸਪੋਰਟ ਕਰੀਏ ਸੁਸਾਇਟੀ ਨੂੰ, ਜਿਹੜਾ ਆਪਣੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਹੈਲਪ ਕਰੀਏ। ਜਿਵੇਂ ਆਪਾਂ ਸੰਸਾਰ 'ਚ ਆਏ ਹਾਂ, ਪਹਿਲਾਂ ਸਾਡੇ ਦਾਦਾ ਜੀ ਕਹਿੰਦੇ ਸੀ, ਹੁਣ ਮੇਰੇ ਸੇਮ ਥਿੰਕਿੰਗ ਮੇਰੇ ਡੈਡੀ ਜੀ ਦੀ ਹੈ, ਅੰਕਲ ਜੀ ਹੋਰਾਂ ਦੀ ਹੈ ਵੀ ਆਪਾਂ ਜਿੰਨਾ ਯੋਗਦਾਨ, ਦੇਖੋ ਸਾਡੇ ਕੋਲ ਪੈਸਾ ਤਾਂ ਨਹੀਂ ਹੈ ਕਿਸੇ ਨੂੰ ਦੇਣ ਵਾਸਤੇ ਪਰ ਆਪਾਂ ਚੰਗੀ ਸਿਹਤ ਕਿਸੇ ਨੂੰ ਦੇ ਸਕਦੇ ਹਾਂ ਸਰ। ਜਿਵੇਂ ਅਸੀਂ ਦੁੱਧ ਸਪਲਾਈ ਕਰਦੇ ਹਾਂ ਬਿਨਾਂ ਹਾਰਮੋਨ ਦਾ, ਕੋਈ ਟਿੱਕਾ ਨਹੀਂ ਲਾਉਂਦੇ। ਜੇ ਪਸ਼ੂਆਂ ਦੇ ਐਂਟੀਬਾਇਓਟਿਕ ਜਿਹੜਾ ਕੋਈ ਵੀ ਇੰਜੈਕਸ਼ਨ ਲੱਗਦਾ ਹੈ, ਜਿਵੇਂ ਕੋਈ ਬਿਮਾਰੀ ਹੋ ਗਈ, ਕੋਈ ਤਕਲੀਫ ਹੋ ਗਈ ਪਸ਼ੂ ਨੂੰ, ਉਹ ਦੁੱਧ ਅਸੀਂ ਕਿਸੇ ਦੇ ਘਰੇ ਨਹੀਂ ਪਾਉਂਦੇ, ਇਹਨਾਂ ਦੇ ਬੱਚਿਆਂ ਨੂੰ ਜਾਂ ਪਸ਼ੂ ਨੂੰ ਆਪ ਨੂੰ ਖੁਦ ਨੂੰ ਪਿਆ ਦਿੰਦੇ ਆ। ਇਹ ਸਾਡਾ ਇੱਕ ਸਮਾਜ ਨੂੰ ਮਤਲਬ ਟ੍ਰਿਬਿਊਟ ਮੰਨ ਲਓ, ਸਮਾਜ ਨੂੰ ਸਪੋਰਟ ਮੰਨ ਲਓ, ਆਪਣੀ ਸੁਸਾਇਟੀ ਨੂੰ ਵੀ ਜਿਨ੍ਹਾਂ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ, ਲਾਈਫ ਦਿੱਤੀ ਹੈ, ਤਾਂ ਉਸ ਹਿਸਾਬ ਨਾਲ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਲੋਕਾਂ ਦੀ ਸੇਵਾ ਵੀ ਕਰਦੇ ਹਾਂ ਸਰ। ਇੱਕ ਗਊਆਂ ਦੀ ਸੇਵਾ ਨਾਲ ਆਪਣੇ ਸਮਾਜ ਦੀ ਵੀ ਸੇਵਾ ਹੈ ਸਰ। ਅਸੀਂ ਅਜੇ ਤੱਕ ਮਤਲਬ ਪਹਿਲਾਂ ਚਲੋ ਛੱਡ ਵੀ ਦਿੰਦੇ ਸੀ, ਮੈਂ ਨਹੀਂ ਕਹਿੰਦਾ ਵੀ ਅਸੀਂ ਬਹੁਤ ਵੱਡਾ ਕੋਈ ਕਰਦੇ। ਅਸੀਂ ਪਿਛਲੇ 10-12 ਸਾਲਾਂ ਤੋਂ ਕਦੇ ਕੋਈ ਗਾਂ ਜਾਂ ਬੱਚਾ ਅਸੀਂ ਕਦੇ ਮਾਰਕੀਟ 'ਚ ਖੁੱਲ੍ਹਾ ਨਹੀਂ ਛੱਡਿਆ। ਲੋਕਾਂ ਦੇ ਕੋਲ ਕਿਸੇ ਖੇਤ 'ਚ ਜਾਣ ਵਾਸਤੇ ਭੁੱਖਾ ਨਹੀਂ ਛੱਡਿਆ। ਅਸੀਂ ਉਹਨਾਂ ਨੂੰ ਗਊਸ਼ਾਲਾ 'ਚ ਜਾਂ ਨੰਦੀਸ਼ਾਲਾ 'ਚ ਪਾ ਕੇ ਆਉਂਦੇ ਹਾਂ। ਸਾਡੇ ਕੋਲ ਲਗਭਗ 100-150 ਪਸ਼ੂ ਹੈ ਤੇ 4-5 ਅਸੀਂ ਮੱਝਾਂ ਰੱਖੀਆਂ ਹੋਈਆਂ। ਮੇਰੇ ਡੈਡੀ ਹੋਰੀ 3 ਭਰਾ ਹੈ, ਉਹ ਤਿੰਨੋਂ ਨਾਲ ਰਹਿੰਦੇ, ਮਤਲਬ ਇੱਕ ਟੀਚਰ ਹੈ ਉਹ ਅਲੱਗ ਰਹਿੰਦੇ, 3 ਭਰਾ ਨਾਲ ਰਹਿੰਦੇ, ਕੰਬਾਈਨਡ ਫੈਮਿਲੀ ਹੈ।
ਇੱਕ ਤਰ੍ਹਾਂ ਦਾ ਕੰਬਾਈਨਡ ਬਿਜ਼ਨਸ ਹੈ। ਜਿਵੇਂ ਮੇਰੀ ਸਿਸਟਰ ਲੋਕ ਹੈ, ਮੇਰੀ ਚਾਚੀ ਹੈ, ਮੇਰੀ ਮੰਮਾ ਹੈ, ਤੁਸੀਂ ਦੇਖਿਆ ਵੀ ਸੀ ਪਹਿਲਾਂ। ਸਾਰੇ ਦੇ ਸਾਰੇ ਮਿਲ ਕੇ ਅਸੀਂ ਕੰਮ ਕਰਦੇ ਹਾਂ। ਸਵੇਰੇ 11 ਵਜੇ ਤੱਕ ਕੰਮ ਕਰਦੇ ਹਾਂ, 5:30 ਤੋਂ ਲੈ ਕੇ। ਉਸ ਤੋਂ ਬਾਅਦ 4-5 ਘੰਟੇ ਰੈਸਟ ਕਰਦੇ ਹਾਂ, ਫਿਰ 4-4:30 ਵਜੇ ਅਸੀਂ ਵਾਪਸ ਦੁੱਧ ਕੱਢ ਕੇ 9 ਵਜੇ ਤੱਕ ਰਾਤ ਨੂੰ ਕੰਮ ਕਰਦੇ ਹਾਂ। ਖਾਸ ਕਰਕੇ ਜਿਹੜੀ ਸਾਹੀਵਾਲ ਨਸਲ ਹੈਗੀ ਉਹਨੂੰ ਬਚਾਉਣ ਦੀ ਜਿਹੜੀ ਹੈਗੀ ਤੁਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹੋ। ਹਾਲਾਂਕਿ ਦੱਸਿਆ ਜਾਂਦਾ ਕਿ ਇਹ ਜਿਹੜੀ ਨਸਲ ਹੈਗੀ ਪਾਕਿਸਤਾਨ ਦੀ ਹੈਗੀ, ਸਾਹੀਵਾਲ ਜ਼ਿਲ੍ਹੇ ਤੋਂ ਜਿਹੜੀ ਇਹ ਹੈਗੀ, ਉੱਥੋਂ ਇਹਦਾ ਨਾਮ ਜਿਹੜਾ ਸਾਹੀਵਾਲ ਪਿਆ ਹੈਗਾ। ਤੇ ਉਸ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜ਼ਮੀਨ ਤੁਹਾਡੇ ਕੋਲ ਬਹੁਤ ਥੋੜੀ ਹੈਗੀ ਤੇ ਆਪਣੇ ਸ਼ੌਂਕ ਨੂੰ, ਇਸ ਕਿੱਤੇ ਨੂੰ ਕਿਵੇਂ ਬਣਾਇਆ ਤੁਸੀਂ ਹੈਗਾ, ਜਿਹੜਾ ਧੰਦਾ ਇੱਕ ਬਣਾਇਆ ਹੈਗਾ। ਹੁਣ ਤੁਹਾਡੇ ਕੋਲ ਜਿਹੜਾ ਹੈਗਾ ਇੱਕ ਰਿਸੋਰਸ ਜਿਹੜਾ ਬਣ ਗਿਆ ਹੈਗਾ ਕਿ ਇਨਕਮ ਵੀ ਤੁਹਾਨੂੰ ਜਿਹੜੀ ਹੋ ਰਹੀ ਹੈ, ਤੇ ਇਹ ਕਿੱਥੋਂ ਜਿਹੜਾ ਹੋਇਆ? ਸਰ, ਸਲੋ ਐਂਡ ਸਟੱਡੀ ਵਿਨਸ ਦਾ ਰੇਸ। ਇਹ ਸਾਹੀਵਾਲ ਪਾਕਿਸਤਾਨ ਦੀ ਨਸਲ ਹੈ। ਉਸ ਤੋਂ ਪਹਿਲਾਂ ਸਾਡੇ ਕੋਲ ਰਾਠੀ ਗਾਵਾਂ ਹੁੰਦੀਆਂ ਸੀ 2014 ਤੱਕ। ਉਸ ਤੋਂ ਬਾਅਦ ਸਾਡਾ ਅਜੇ ਵੀ ਸ਼ੌਂਕ ਹੈ। ਜੇ ਬਿਨਾਂ ਸ਼ੌਂਕ ਤੋਂ ਤੁਸੀਂ ਗਾਂ ਇੱਕ ਦਿਨ ਵੀ ਨਹੀਂ ਰੱਖ ਸਕਦੇ ਸਰ। ਜਿਵੇਂ ਕਈਆਂ ਨੂੰ ਘੋੜੀਆਂ ਦਾ ਸ਼ੌਂਕ ਹੁੰਦਾ ਹੈ, ਕਈਆਂ ਨੂੰ ਕੁੱਤਿਆਂ ਦਾ ਹੁੰਦਾ, ਸਾਨੂੰ ਗਾਵਾਂ ਦਾ ਹੈ। ਸ਼ੌਂਕ ਤੋਂ ਜਦੋਂ ਕਿੱਤਾ ਬਣਦਾ ਹੈ ਕੋਈ ਵੀ ਚੀਜ਼, ਉਹਨੂੰ ਥੋੜ੍ਹਾ ਟਾਈਮ ਤਾਂ ਜ਼ਿਆਦਾ ਲੱਗ ਜਾਂਦਾ ਹੈ। ਜਿਵੇਂ ਸਾਨੂੰ ਲੱਗੇ 7-8 ਸਾਲ ਸ਼ੌਂਕ ਤੋਂ ਕਿੱਤਾ ਬਣਨ ਵਾਸਤੇ। ਸ਼ੌਂਕ ਤੋਂ ਸਦਾ ਤੋਂ ਸੀ ਸਾਨੂੰ, ਪਰ ਹੁਣ ਧੀਰੇ ਧੀਰੇ ਸਾਡੇ ਕੋਲ ਹੁਣ ਇਹ ਇਨਕਮ ਦਾ ਜ਼ਰੀਆ ਬਣ ਗਿਆ ਸਰ। ਜਿਵੇਂ ਅਸੀਂ ਨਸਲ ਵੀ ਬਚਾ ਲਈ, ਆਪਣਾ ਪੰਜਾਬ ਦੇ ਵੀ ਜਿੰਨੀ ਸਾਡੀ ਯੂਥ ਨੂੰ ਬਚਾਉਣ ਦੀ ਸਾਡੀ ਮਤਲਬ ਕੋਸ਼ਿਸ਼ ਹੈ, ਸਪੋਰਟ ਹੈ, ਉਹ ਅਸੀਂ ਟਰਾਈ ਕਰ ਰਹੇ ਹਾਂ। ਆਪਣੀ ਤਰਫੋਂ ਬੈਸਟ ਦੇ ਰਹੇ ਹਾਂ। ਦੁੱਧ 'ਚ ਕੁਝ ਮਿਲਾਨੇ ਨਹੀਂ ਆ, ਕੁਝ ਵੀ ਨਹੀਂ ਕਰਦੇ ਹਾਂ, ਫਿਰ ਵੀ ਸਾਡੀ ਦਾਲ ਰੋਟੀ ਆਰਾਮ ਨਾਲ ਉਹਦੇ ਨਾਲ ਚੱਲ ਜਾਂਦੀ ਹੈ ਸਰ। ਹੁਣ ਧੀਰੇ ਧੀਰੇ ਜਿਵੇਂ ਔਨਲਾਈਨ ਅਸੀਂ ਮਤਲਬ ਮੀਡੀਆ, ਜਿਵੇਂ ਤੁਹਾਡੇ ਵਰਗੇ ਭਰਾਵਾਂ ਦੀ ਮਦਦ ਨਾਲ, ਹੋਰ ਸਾਡੇ ਕੋਲ ਜਿਵੇਂ ਮਹਾਰਾਸ਼ਟਰ ਤੋਂ, ਸਾਊਥ ਤੋਂ, ਚੇਨਈ ਤੋਂ, ਉਸ ਏਰੀਏ 'ਚੋਂ ਬੰਗਲੌਰ ਦੇ, ਜਿਵੇਂ ਸਰ ਮੈਂ ਕਹਿੰਦਾ ਬਹੁਤ ਡਰਾਸਟਿਕ ਚੇਂਜ ਦੇਖ ਰਿਹਾ ਪਿਛਲੇ 2-3 ਸਾਲਾਂ 'ਚ। ਅਤੇ ਦੂਜਾ, ਸਾਨੂੰ ਕਿਸੇ ਦੇ ਅੱਗੇ ਹੁਣ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਜਿਵੇਂ ਅੱਜ ਸਾਨੂੰ 20,000 ਦੀ ਜ਼ਰੂਰਤ ਪਏਗੀ ਤਾਂ ਸਾਡੇ ਕੋਲ ਗਾਂ ਖੜੀ ਹੈ, ਬੱਚੀ ਖੜੀ ਹੈ, ਕਦੇ ਵੀ ਰਾਤ ਨੂੰ ਵੀ ਤੁਸੀਂ ਇਹਨੂੰ ਸੇਲ ਕਰ ਸਕਦੇ ਹੋ। ਇਹ ਵੀ ਸਪੋਰਟ ਕਰਦੀ ਹੈ ਸਰ ਆਪਾਂ ਨੂੰ। ਫਾਈਨਾਂਸ਼ਲੀ ਬਹੁਤ ਵੱਡਾ ਰੋਲ ਹੈ ਇਹਨਾਂ ਦਾ। ਅਗਰ ਆਪਾਂ ਖੇਤੀ 'ਤੇ ਡਿਪੈਂਡ ਕਰੀਏ ਤਾਂ ਸਾਲ ਬਾਅਦ 6 ਮਹੀਨਿਆਂ ਬਾਅਦ ਉਹ ਫਸਲ ਲੈਂਦੀ ਹੈ ਸਰ। ਉਹ ਵੀ ਕਈ ਵਾਰ ਪਰਮਾਤਮਾ ਦੀ ਨੇਚਰਲ ਕੋਈ ਮਾਰ ਹੋ ਜਾਂਦੀ ਹੈ, ਹੋਰ ਹੋ ਜਾਂਦੀ ਹੈ, ਉਹਦੇ ਨਾਲ ਵੀ ਦਿੱਕਤ ਰਹਿੰਦੀ ਹੈ। ਅਤੇ ਜਿਹੜੇ ਜਿਵੇਂ ਕਿੱਤਾ ਸਾਡਾ ਸ਼ੌਂਕ ਸੀ ਪਹਿਲਾਂ, ਮਤਲਬ ਅਸੀਂ ਸ਼ੌਂਕ ਨਾਲ, ਮੇਰੇ ਦਾਦਾ ਜੀ ਰੱਖਦੇ ਸੀ, ਉਸ ਤੋਂ ਬਾਅਦ ਪਾਪਾ ਚਾਚਾ ਹੋਰੀ ਅਸੀਂ ਰੱਖਣ ਲੱਗੇ। ਗਾਵਾਂ ਤਕੜੀਆਂ ਕਰ ਲੈਣੀਆਂ, ਉਹਨੂੰ ਖਵਾਉਣਾ ਪਿਆਣਾ, ਇੱਕ ਕਿਸੇ ਬੱਚੇ ਦੇ ਨਾਂ ਕਰ ਦੇਣੀ, ਇਹ ਵੀ ਤੇਰੀ ਹੈ, ਉਹ ਉਹਦੀ ਪੂਰੀ ਸੇਵਾ ਕਰਦਾ ਹੈ। ਅਤੇ ਇਹ ਕਿਸੇ ਕੁੜੀ ਨੂੰ ਦੇਤੀ, ਉਹ ਕਹਿੰਦੀ ਵੀ ਇਹ ਮੇਰੀ ਹੈ, ਉਹ ਉਹਦੀ ਪੂਰੀ ਰੀਝ ਲਾ ਕੇ ਸੇਵਾ ਕਰਦੀ ਹੈ। 15-20-25 ਪਸ਼ੂ ਸਾਡੇ ਕੋਲ ਹੁੰਦੇ ਸੀ, ਲੋਕਾਂ ਦੇ ਖੇਤਾਂ 'ਚ ਚਰਾ ਲਏ, ਉਹਨਾਂ ਦਾ ਪੇਟ ਭਰ ਲਿਆ। ਹੁਣ ਧੀਰੇ ਧੀਰੇ ਸਰ ਟੈਕਨੀਕਲ ਦਾ ਟਾਈਮ ਆ ਰਿਹਾ ਨਾ, ਥੋੜ੍ਹਾ ਬਹੁਤ ਤੁਹਾਨੂੰ ਡਿਵੈਲਪਮੈਂਟ ਆਪਣੇ ਆਪ ਨੂੰ ਡਿਵੈਲਪ ਵੀ ਕਰਨਾ ਪਊਗਾ ਸੁਸਾਇਟੀ ਦੇ ਨਾਲ। ਕੋਈ ਵੀ ਬੰਦਾ ਹੈ, ਮੀਡੀਓਕਰ ਫੈਮਿਲੀ ਹੈ, ਉਹਨੂੰ ਪਤਾ ਲੱਗਦਾ ਹੈ ਵੀ ਕੁਆਲਿਟੀ ਕੀ ਹੁੰਦੀ ਹੈ। ਮਿਕਸ ਨਹੀਂ ਕਰਦੇ ਦੁੱਧ 'ਚ, ਸਮੈਲ ਨਹੀਂ ਆਉਂਦੀ ਕੋਈ ਵੀ ਤਰ੍ਹਾਂ ਦੀ, ਹੈ ਨਾ। ਕਿਉਂਕਿ ਦੁੱਧ ਸਰ, ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਸੀ ਵੀ ਸੁਸਾਇਟੀ ਨੂੰ ਆਪਾਂ ਕਿਵੇਂ, ਦੁੱਧ ਇੱਕ ਬੜਾ ਕ੍ਰਿਟੀਕਲ ਚੀਜ਼ ਹੈ। ਇਹਨੂੰ ਜੇ ਆਪਾਂ ਧਿਆਨ ਨਾਲ ਸਮਝੀਏ ਤਾਂ, ਜਿਵੇਂ ਛੋਟਾ ਬੱਚਾ, ਬਿਮਾਰ ਆਦਮੀ, ਪ੍ਰੈਗਨੈਂਟ ਲੇਡੀ, ਜਿਵੇਂ ਮਤਲਬ ਆਪਾਂ ਬਹੁਤ ਚੰਗੀ ਚੀਜ਼ ਸਮਝ ਕੇ ਇਹਨੂੰ ਲੋਕਾਂ ਨੂੰ ਪਿਆਉਂਦੇ ਹਾਂ ਸਰ। ਕੋਈ ਵੀ ਕ੍ਰਿਟੀਕਲ ਸਿਚੁਏਸ਼ਨ ਦੁੱਧ ਪਿਆਉਂਦੇ ਹਾਂ, ਦੁੱਧ ਪਾ ਦਿਓ ਉਹਨੂੰ। ਸਾਹੀਵਾਲ ਨਸਲ ਨੂੰ ਹੀ ਕਿਉਂ ਚੁਣਿਆ? ਕਿ ਮਤਲਬ ਹਾਲਾਂਕਿ ਲੋਕ ਜਿਹੜੇ ਹੈਗੇ ਇਸ ਤਰ੍ਹਾਂ ਦੀ ਸੋਚ ਹੈ, ਜਾਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਵਿੱਚ ਪੈਸਾ ਕਮਾਉਣ ਦੀ ਜਿਹੜੀ ਇੱਕ ਹੋੜ ਲੱਗੀ ਹੋਈ ਹੈ, ਕਿ ਉਹ ਜਿਹੜੀ ਵਿਦੇਸ਼ੀ ਜਿਹੜੀਆਂ ਨਸਲ ਦੀਆਂ ਜਿਹੜੀਆਂ ਹੈਗੀਆਂ ਗਾਵਾਂ ਹੈ, ਹਾਲਾਂਕਿ ਦੁੱਧ ਜ਼ਿਆਦਾ ਦਿੰਦੀਆਂ ਹੈਗੀਆਂ, ਖਰਚਾ ਵੀ ਕਿਹਾ ਜਾਂਦਾ ਕਿ ਉਹਨਾਂ ਦਾ ਘੱਟ ਹੈਗਾ, ਅਤੇ ਉਹ ਉਹਨਾਂ ਨੂੰ ਪਾਲ ਕੇ ਜ਼ਿਆਦਾ ਖੁਸ਼ ਨੇ, ਜਾਂ ਜ਼ਿਆਦਾ ਉਹਨਾਂ ਨੂੰ ਉੱਧਰ ਉਸ ਵੱਲ ਜਾ ਰਹੇ ਨੇ। ਅਤੇ ਇਹ ਵੀ ਦੇਖਿਆ ਗਿਆ ਕਿ ਲੋਕ ਜਿਹੜੇ ਹੈਗੇ ਇਸ ਪਸ਼ੂਆਂ ਨੂੰ ਪਾਲਣ ਤੋਂ ਜਿਹੜਾ ਹੈਗਾ ਪਰਹੇਜ਼ ਕਰ ਰਹੇ ਨੇ। ਇਹ ਵੀ ਕਿਉਂ? ਸਰ ਐਕਚੁਅਲ 'ਚ ਦਿੱਕਤ ਇਹ ਹੈ ਨਾ ਵੀ ਜਿਵੇਂ ਪਸ਼ੂ ਹੈ, ਅਮਰੀਕਨ ਜਿਹੜੀ ਵਿਦੇਸ਼ੀ ਨਸਲ ਹੈ, ਮੈਂ ਕਿਸੇ ਨੂੰ ਬੁਰਾ ਨਹੀਂ ਕਹਿ ਰਿਹਾ, ਚੰਗੀ ਹੈ ਬੁਰੀ, ਪਰ ਦੇਖੋ ਹਰੇਕ ਚੀਜ਼ ਆਪਦੀ ਥਾਂ 'ਤੇ ਉਹਦਾ ਰੋਲ ਹੈ ਸੋਸਾਇਟੀ 'ਚ। ਦੇਸੀ ਗਾਵਾਂ 'ਚ ਕਮਾਈ ਘੱਟ ਹੈ ਸਰ। ਅਗਰ ਤੁਸੀਂ ਪਰਟੀਕੂਲਰ ਇੱਕ ਗਾਂ ਨੂੰ ਤੁਸੀਂ ਦੇਖ ਲਓ ਨਾ, ਇੱਕ ਗਾਂ ਦੀ ਕੈਲਕੂਲੇਸ਼ਨ ਬਿਠਾ ਲਓ ਤਾਂ ਤੁਸੀਂ ਰੱਖੋਗੇ ਨਹੀਂ ਗਾਂ। ਇਹ ਪੱਕੀ ਗੱਲ ਹੈ ਸਰ। ਜੇ ਤੁਹਾਡੇ 'ਚ ਸ਼ੌਂਕ ਨਹੀਂ ਹੈ, ਦੇਖੋ ਲੋਕਾਂ ਨੂੰ ਸਾਰਿਆਂ ਨੂੰ ਸ਼ੌਂਕ ਵਾਸਤੇ ਨਹੀਂ ਰੱਖਦੇ। ਇਹ ਜੇ ਬਿਜ਼ਨਸ ਕਰੇ, ਜੇ ਬਿਜ਼ਨਸ ਤੁਸੀਂ ਕਰੋਗੇ ਤਾਂ ਬ੍ਰੇਕ ਇਵਨ ਜਦੋਂ ਤੁਸੀਂ ਇੱਕ ਨਿਕਾਲਣ ਲੱਗੇ, ਜ਼ਿਮੀਂਦਾਰ ਮੈਂ ਨਿਕਾਲਣ ਲੱਗਿਆ, ਮੇਰੇ ਚਾਚਾ ਜੀ ਹੋਰੀ ਨਿਕਾਲਣ ਲੱਗੇ, ਤਾਂ ਇਹ ਡੇਅਰੀ ਕਰਨਗੇ ਨਹੀਂ। ਦੂਜਾ ਸਰ, ਇਹ ਸਭ ਤੋਂ ਔਖਾ ਕੰਮ ਹੈ ਲੋਕਾਂ ਦਾ ਛੱਡਣ ਦਾ ਕਾਰਨ ਇਹ, ਜਿਵੇਂ ਮੇਰੇ ਵਰਗਾ ਕੋਈ ਨੌਜਵਾਨ ਉੱਠਿਆ, ਉਹਦੇ ਕੋਲ 10 ਲੱਖ ਰੁਪਏ ਸੀ, ਪਾਏ ਸ਼ੈੱਡ ਪਾਇਆ, ਚੰਗੇ ਪੱਕੇ ਪੁੱਕੇ ਲਾਏ, ਡੇਅਰੀ ਸਟਾਰਟ ਕਰ ਦੇਣੀ ਹੈ। ਸਰ ਇਹਦੇ 'ਚ ਨਾ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਹੈ। ਕਈ ਵਾਰ ਸਾਨੂੰ ਗੋਹਾ ਵੀ ਸੁੱਟਣਾ ਪੈਂਦਾ ਆਪ ਨੂੰ, ਜਿਵੇਂ ਕਿਸੇ ਦੇ ਘਰੇ ਕੋਈ ਮੰਮੀ ਹੋਰਾਂ ਦੀ ਤਬੀਅਤ ਸਹੀ ਨਹੀਂ ਹੋ, ਇਹਨਾਂ ਦੇ ਵਾਸਤੇ ਅਸੀਂ ਨੌਕਰ ਕਿਸੇ ਨੂੰ ਰੱਖੀਏ, ਸਰਵੈਂਟ ਰੱਖੀਏ, ਕੋਈ ਰਹਿੰਦਾ ਨਹੀਂ ਸਰ। ਇਹ ਕੰਮ ਬੜਾ ਔਖਾ ਕੰਮ ਹੈ, ਟੇਢਾ ਕੰਮ ਹੈ। ਜਿਵੇਂ ਇਹਦੀ ਡਿਊਟੀ ਹੈ ਉਹ ਹਾਰਡ ਹੈ, ਇਹਦੇ 'ਚ ਕੋਈ ਛੁੱਟੀ ਨਹੀਂ ਮਿਲਦੀ ਤੁਹਾਨੂੰ, ਕੋਈ ਲੀਵ ਨਹੀਂ ਹੈ, ਕੋਈ ਬਾਰਿਸ਼ ਦੀ ਛੁੱਟੀ ਨਹੀਂ ਹੈ, ਤੁਸੀਂ ਕੋਈ ਵੈਕੇਸ਼ਨ 'ਤੇ ਨਹੀਂ ਜਾ ਸਕਦੇ। ਤੁਹਾਨੂੰ ਇਹਨਾਂ ਨੂੰ ਚਰਾਉਣਾ, ਖਵਾਉਣਾ, ਪਿਆਉਣਾ ਤੇ ਟਾਈਮ 'ਤੇ ਦੁੱਧ ਕੱਢਣਾ ਬਹੁਤ ਜ਼ਰੂਰੀ ਹੈ। ਜਿਵੇਂ ਜੋਬ ਕਰਦੇ ਆ ਜਾਂ ਕੋਈ ਹੋਰ ਬਿਜ਼ਨਸ ਕਰਦੇ ਆ, ਕਿਸੇ ਹੋਰ ਨੂੰ ਬਿਠਾ ਕੇ ਚਲੇ ਗਏ, ਇਹ ਬਿਜ਼ਨਸ ਇਸ ਤਰ੍ਹਾਂ ਦਾ ਵੀ ਕਿਸੇ ਹੋਰ ਨੂੰ ਵੀ ਤੁਸੀਂ ਨਹੀਂ ਬਿਠਾ ਸਕਦੇ। ਅਤੇ ਦੂਜੀ ਗੱਲ ਤੁਸੀਂ ਮੈਨੂੰ ਕਹੀ ਸੀ
ਵੀ ਪੈਸਿਆਂ ਦੀ ਹੋੜ ਲੱਗੀ ਪਈ ਹੈ। ਉਹ ਹੋੜ ਕੇ ਲੋ ਦੇਖੋ ਸਰ, ਹਰੇਕ ਆਦਮੀ ਬਿਜ਼ਨਸ ਮਾਈਂਡਡ ਹੈ ਅੱਜ ਕੱਲ੍ਹ। ਇਹ ਗਾਂ ਰੱਖ ਕੇ ਤੁਸੀਂ ਦੁੱਧ ਨਾਲ ਕਮਾਈ ਨਹੀਂ ਕਰ ਸਕਦੇ। ਅਸੀਂ ਹੈ ਨਾ ਜਿਵੇਂ ਲੱਖ 1.5 ਲੱਖ ਦਾ ਦੁੱਧ ਵੇਚਾਂ, ਅਸੀਂ ਤਾਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਕੋਲ ਖੋਣ ਨੂੰ ਕੁਝ ਨਹੀਂ ਹੈ, ਸਾਡੀ ਇਨਵੈਸਟਮੈਂਟ ਜ਼ੀਰੋ ਸੀ ਇਹਦੇ 'ਚ। ਇਹ ਵੀ ਪੁਆਇੰਟ ਨਾਲ ਸੀ ਵੀ ਅਸੀਂ ਪੈਸਾ ਨਹੀਂ ਲਾਇਆ ਸੀ, ਇਹਨਾਂ ਤੋਂ ਬੱਚੀਆਂ ਹੁੰਦੀਆਂ ਗਈਆਂ, ਅੱਗੇ ਤੋਂ ਅੱਗੇ ਅਸੀਂ ਤਿਆਰ ਕਰਦੇ ਗਏ ਨਾ। ਹੁਣ ਤਾਂ ਅਸੀਂ ਪੰਜਾਬ ਗੌਰਮੈਂਟ ਨੂੰ ਬੱਚੇ ਵੀ ਵੇਚਦੇ ਹਾਂ, ਲਗਭਗ 20-22 ਬੱਚੇ ਅਸੀਂ ਵੇਚ ਚੁੱਕੇ ਹਾਂ ਉਹਨਾਂ ਨੂੰ। ਪਰ ਅਸੀਂ ਧਰਮ ਆਪਣਾ ਜਿਹੜਾ ਉਹ ਬਣਾ ਕੇ ਰੱਖਿਆ, ਜਿਵੇਂ ਉਹਨਾਂ ਉਹ ਕਹਿੰਦੇ ਸਾਡੀ ਰਿਕੁਆਇਰਮੈਂਟ ਹੈ 20 ਕਿਲੋ ਵਾਲੀ ਗਾਂ ਦਾ ਬੱਚਾ ਚਾਹੀਦਾ ਹੈ, ਤਾਂ ਸਰ ਆਪਾਂ ਉਹਨੂੰ 20 ਵਾਲਾ ਹੀ ਦੇਣਾ, ਆਪਾਂ ਉਹਨੂੰ 10 ਵਾਲਾ 8 ਵਾਲਾ 12 ਵਾਲਾ ਨਹੀਂ ਦੇਣਾ। ਮਤਲਬ ਸਰ ਆਪਾਂ ਨਾ ਜ਼ਿਆਦਾ ਡਿਵੈਲਪ ਕਿਸੇ ਨੂੰ ਨਹੀਂ ਕਰ ਸਕੀਏ ਤਾਂ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ। ਸਾਡਾ ਇੱਕ ਹੈ ਨਾ ਇਹ ਲਾਈਨ ਬਣੀ ਹੋਈ ਹੈ ਕਰਦੀ ਵੀ ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ, ਔਕਾਤ ਨਹੀਂ ਹੈ ਬਣੀ ਦੇਣ ਦੀ ਜਾਂ ਸਪੋਰਟ ਕਰਨ ਦੀ, ਤਾਂ ਕਿਸੇ ਦਾ ਮਾੜਾ ਨਾ ਕਰੋ। ਸਿੰਪਲ ਜੀ ਗੱਲ ਹੈ ਸਰ। ਪੈਸਾ ਘੱਟ ਹੈ ਵੱਧ ਹੈ ਆਂਦਾ ਜਾਂਦਾ ਰਹਿੰਦਾ, ਇੱਡੀ ਕੋਈ ਵੱਡੀ ਸਾਡੇ ਵਾਸਤੇ ਪੈਸਾ ਵੀ ਕੋਈ ਬਹੁਤ ਵੱਡਾ ਮਾਇਨੇ ਨਹੀਂ ਰੱਖਦਾ ਸਰ, ਹੈ ਨਾ। ਪੈਸਾ ਬਹੁਤ ਜ਼ਰੂਰੀ ਹੈ, ਪਰ ਇੰਨਾ ਵੀ ਜ਼ਰੂਰੀ ਨਹੀਂ ਹੈ ਵੀ ਕਿਸੇ ਇਨਸਾਨ ਤੋਂ ਵੀ ਵੱਧ ਕੇ। ਸਾਡੀ ਮਤਲਬ ਜਿਹੜੀ ਸੋਚ ਹੈ ਕਰਦੀ ਹੈ। ਸਾਡੇ ਘਰੇ 'ਚ ਮੇਰੇ ਪਾਪਾ ਵੀ 4 ਭਰਾ ਹੈ, ਮਤਲਬ ਮੇਰੇ ਪਾਪਾ ਡਰਾਈਵ ਕਰਦੇ ਆ ਸਾਰਾ ਕੁਝ। ਹੁਣ ਉਹਨਾਂ ਨੂੰ ਦੇਖ ਜਿਵੇਂ ਚਾਚਾ ਜੀ ਉਹਨਾਂ ਦੇ ਸਾਹਮਣੇ ਨਹੀਂ ਬੋਲੇ ਕਦੇ, ਉਹਨਾਂ ਦੀ ਪੂਰੀ ਰਿਸਪੈਕਟ। ਮੇਰੀ ਦਾਦੀ 80 ਸਾਲ ਦੇ ਹੈ, ਮੇਰੀ ਮਾਂ ਨੂੰ ਅਜ 35-36 ਸਾਲ ਹੋ ਗਏ ਮੈਰਿਜ ਹੋ ਕੇ ਇੱਥੇ ਆਏ ਨੂੰ। ਉਹ ਵੀ ਚਾਚਾ ਹੋਰੀ ਜਦੋਂ ਮੇਰੀ ਮੰਮੀ ਆਈ ਸੀ, ਚਾਚਾ ਹੋਰੀ ਛੋਟੇ ਛੋਟੇ ਹੁੰਦੇ ਸੀ। ਇਹ ਅੱਗੇ ਤੋਂ ਅੱਗੇ ਨਾ ਸਰ ਇਹ ਤੁਹਾਡੇ ਅੰਦਰ ਡਿਵੈਲਪ ਹੁੰਦੀ ਹੈ ਚੀਜ਼ਾਂ। ਪ੍ਰੋਫਿਟੇਬਿਲਟੀ ਨਹੀਂ ਹੈ। ਤੁਸੀਂ ਸੋਚੋ ਵੀ ਬਹੁਤ ਵੱਡਾ ਮਾਰਜਨ ਹੈ, ਬਹੁਤ ਜ਼ਿਆਦਾ ਪ੍ਰੋਫਿਟ ਨਹੀਂ ਹੈ ਸਰ। ਇੱਕ ਗਾਂ ਨੂੰ ਆਪਾਂ 4 ਸਾਲ ਤੱਕ ਬੱਚੀ ਤੋਂ ਗਾਂ ਬਣਾਉਂਦੇ ਹਾਂ, ਉਹਦੇ 'ਚ 70-80 ਹਜ਼ਾਰ ਰੁਪਏ ਖਰਚਾ ਆ ਜਾਂਦਾ ਤੁਹਾਡਾ, ਖਾਣ ਦਾ, ਪੀਣ ਦਾ, ਦੁੱਧ ਦਾ, ਮਿੱਟੀ ਦੇ ਨਾਲ ਮਿੱਟੀ, ਪਸੀਨਾ, ਗਰਮੀ, ਹਰਾ ਚਾਰਾ ਕੱਟ ਕੇ ਲਿਆਉਣਾ, ਵੱਢਣਾ, ਇਹਨਾਂ ਨੂੰ ਪਾਣਾ। ਪਰ ਇਹ ਕਹਿਣਾ ਸਰ ਅੰਦਰ ਜਨੂਨ ਵੀ ਹੈ, ਸਵਾਦ ਬਹੁਤ ਆਉਂਦਾ। ਜੇ ਤੁਸੀਂ 5 ਵਜੇ ਉੱਠ ਕੇ ਇਹਨਾਂ 'ਚ ਲੱਗਦੇ ਹੋ ਨਾ, ਤੇ ਤੁਹਾਨੂੰ ਚੱਟਦੀਆਂ ਹੈ, ਤੁਹਾਨੂੰ ਅੰਦਰ ਕਿਸ ਕਰਦੀਆਂ ਹੈ, ਲਾਡ ਪਿਆਰ ਕਰਦੀਆਂ ਹੈ ਵੀ। ਮਤਲਬ ਸਾਡੇ ਕਈ ਵਾਰ ਜਵਾਕ ਇਹਨਾਂ ਦੇ ਥੱਲੇ ਆ ਜਾਂਦੇ, ਤੁਹਾਨੂੰ ਸਾਨ ਦਿਖਾਇਆ ਸੀ, ਉਹਦੇ ਥੱਲੇ ਆ ਜਾਂਦਾ ਜਵਾਕ ਖੇਡਦਾ ਖੇਡਦਾ, ਪਰ ਉਹਨੂੰ ਵੀ ਪਤਾ ਹੈ ਵੀ ਮੇਰਾ ਹੈ, ਇਹਨੂੰ ਕੋਈ ਕਹਿਣਾ ਕੁਛ ਨਹੀਂ। ਤੇ ਤੁਸੀਂ ਕੋਈ ਬਾਹਰ ਦਾ ਜਵਾਕ ਆ ਜੇ ਹੋਰ ਆ ਜੇ ਤਾਂ ਥੋੜਾ ਗਰਮ ਸੁਭਾਅ ਵੀ ਰੱਖਦੀਆਂ, ਇਹੋ ਜਿਹੀ ਗੱਲ ਨਹੀਂ ਹੈ। ਤੇ ਜਿਹੜਾ ਮੇਨ ਕਾਰਨ ਸੀ ਸਾਹੀਵਾਲ ਦੇ ਵਿੱਚ ਆਉਣ ਦਾ, ਸਭ ਤੋਂ ਵੱਡਾ ਕਾਰਨ ਇਹ ਸੀ ਵੀ ਸਾਹੀਵਾਲ ਦਾ ਜਿਹੜਾ ਸੁਭਾਅ ਹੈ ਬਹੁਤ ਹੀ ਸੀਲ ਸੁਭਾਅ ਦੀ ਹੈ। ਠੰਡੀ ਗਾਂ ਹੈ, ਦੁੱਧ ਵਧੀਆ ਹੁੰਦਾ ਹੈ, ਠੰਡੀ ਗਾਂ ਹੈ, ਸੀਲ ਸੁਭਾਅ ਹੈ, ਬਿਮਾਰੀਆਂ ਪੈਂਦੀਆਂ ਨਹੀਂ ਸਰ। ਸਾਡਾ ਡਾਕਟਰੀ ਖਰਚਾ ਬਹੁਤ ਘੱਟ ਹੈ ਗਾਵਾਂ ਦਾ, ਅਜੇ ਵੀ ਇਸ ਮਾਹੌਲ 'ਚ ਵੀ 50 ਡਿਗਰੀ ਟੈਂਪਰੇਚਰ ਹੈ, ਸਾਡੇ ਕੋਈ ਪੱਖਾ ਨਹੀਂ ਲੱਗਿਆ ਹੋਇਆ ਕਰੇ ਗਾਵਾਂ 'ਤੇ। ਡੇਅਰੀ ਫਾਰਮ ਦੇਖੇ ਕਿ ਬੜੇ ਮਤਲਬ ਹਾਈ ਫਾਈ ਜਿਹਨੂੰ ਕਹਿ ਦਈਏ ਆਪਾਂ ਕਿ ਸ਼ੈੱਡ ਵਗੈਰਾ ਬਣੇ ਹੁੰਦੇ ਹੈ, ਮਤਲਬ ਪੱਕਾ ਥੜਾ ਬਣਿਆ ਹੁੰਦਾ ਹੈਗਾ, ਪਾਣੀ ਦਾ ਬੰਦੋਬਸਤ ਉੱਥੇ ਜਿਹੜਾ ਲੱਗਿਆ ਹੁੰਦਾ ਹੈ। ਤਾਂ ਮਤਲਬ ਤੁਹਾਡੇ ਦੇਖਿਆ ਕਿ ਸਾਰਾ ਓਪਨ ਹੈਗਾ, ਕੱਚਾ ਵੀ ਹੈਗਾ, ਕਿ ਗਾਵਾਂ ਜਿਹੜੀਆਂ ਬੜੀਆਂ ਬੈਟਰ ਫੀਲ ਕਰਦੀਆਂ ਹੈਗੀਆਂ ਇੱਥੇ। ਬਿਲਕੁਲ ਸਰ। ਤੇ ਇਹਦਾ ਵੀ ਕੀ ਕਾਰਨ ਹੈ ਸਰ? ਕਾਰਨ ਇਹ ਹੈ, ਗਾਵਾਂ ਅਸੀਂ ਪਹਿਲਾਂ ਲਾ ਕੇ ਵੇਖੇ ਸੀ, ਪੱਖੇ ਵਗੈਰਾ ਵੀ ਲਾਏ। ਦੇਖੋ ਸਰ, ਜਿਹੜੀ ਨਸਲ ਦੀ ਡਿਪੈਂਡ ਕਰਦੀ, ਜਿਹੜਾ ਪਸ਼ੂ ਕਿਹੜਾ ਤੁਸੀਂ ਰੱਖੇ। ਜਿਵੇਂ ਤੁਸੀਂ ਵਿਦੇਸ਼ੀ ਨਸਲ ਰੱਖੀ ਹੈ, ਉਹ ਤਾਂ 50 ਡਿਗਰੀ ਟੈਂਪਰੇਚਰ ਕਿ ਉਹ 40 'ਚ ਵੀ ਨਹੀਂ ਰਹਿਣੀ ਹੈ ਨਾ, ਤੁਹਾਨੂੰ ਤੋਂ ਡਾਕਟਰ ਨੂੰ ਸੱਦਣਾ ਪੈਣਾ। ਇਹ ਗਾਵਾਂ ਚਾਹੁੰਦੀਆਂ ਹੈ ਵੀ ਸਾਨੂੰ ਇੱਕ ਤਾਂ ਆਪਨਤਵ ਚਾਹੀਦਾ ਇਹਨਾਂ ਨੂੰ। ਤੁਸੀਂ ਇੱਕ ਦਿਨ ਗਾਵਾਂ 'ਚ ਮੇਰਾ ਚਾਚਾ ਨਹੀਂ ਜਾਵੇ ਤਾਂ ਗਾਂ ਨੂੰ ਮੈਂ ਭਾਵੇਂ ਨੀਰਾ ਪਾਇਆ, ਗਾਂ ਚਰਦੀਆਂ ਨਹੀਂ, ਉਹ ਖੜ ਜਾਂਦੀਆਂ ਸਰ, ਇੱਕ ਸਾਈਡ 'ਚ ਲੱਗ ਕੇ ਗਾਵਾਂ ਖੜ ਜਾਂਦੀਆਂ, ਖਾਣਾ ਨਹੀਂ ਖਾਂਦੀਆਂ ਉਹ। ਇਹਨਾਂ ਨੂੰ ਅਸੀਂ ਇੱਕ ਚੀਜ਼ ਨੋਟ ਕੀਤੀ ਹੈ ਵੀ ਖਰਚਾ ਤੁਸੀਂ ਭਾਵੇਂ ਘੱਟ ਲਾ ਲਓ, ਇਹ ਨਹੀਂ ਕਹਿੰਦੀਆਂ ਵੀ ਮੇਰੇ ਤੇ ਕੂਲਰ ਲਾਓ, ਫੋਗਰ ਲਾਓ, ਪੱਖੇ ਲਾਓ, ਬੜੇ ਵੱਡੇ ਸ਼ੈੱਡ ਲਾਓ। ਇਹ ਕਹਿੰਦੇ ਵੀ ਸਿਰ ਤੇ ਛੱਤ ਕਰ ਦੇ, ਪਰ ਤੂੰ ਸਾਨੂੰ ਦਿਲੋਂ ਨਾ ਮਾਰ। ਇਹਨਾਂ ਦੀ ਫੀਲਿੰਗ ਜੇ ਤੁਸੀਂ ਸਮਝ ਲਓ। ਅਸੀਂ ਕਈ ਵਾਰ ਕੋਈ ਗਾਂ ਦੁੱਧ ਨਹੀਂ ਦਿੰਦੀ ਹੈ, ਸੋਟੀ ਮਾਰਦੀ ਹੈ ਜੀ, ਸਪੋਜ਼ ਕਰੋ, ਉਹ ਰੋਂਦੀ ਹੈ ਸਰ, ਉਹਦੇ 'ਚ ਹੰਝੂ ਮਤਲਬ ਡਿੱਗਦੀ ਹੈ, ਤੁਹਾਨੂੰ ਪਤਾ ਲੱਗਦਾ ਹੈ। ਜਿਵੇਂ ਚਾਚਾ ਹੋਰੀ ਕਿਤੇ ਜਾ ਵੜਦੀ ਹੈ, ਮੈਂ ਕਿਸੇ ਦੋਸਤ ਨੂੰ ਲੈ ਆਵਾਂਗੇ ਹੈਲਪ ਕਰਦੇ, ਆਪਾਂ ਪਾ ਦੇਈਏ ਨੀਰਾ, ਤਾਂ ਨੀਰਾ ਨਹੀਂ ਖਾਂਦੀਆਂ ਸਰ। ਮਤਲਬ ਇੱਕ ਹੈ ਨਾ, ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਮੇਰਾ ਜਵਾਕ ਹੈ ਜਾਂ ਮੇਰੀ ਗਾਂ ਹੈ, ਇਹਦੀ ਅਟੈਚਮੈਂਟ ਕਿਉਂ ਹੈ ਮੇਰੇ ਨਾਲ ਇੰਨੀ। ਕੱਚਾ ਰੱਖਿਆ ਇਸ ਵਾਸਤੇ, ਕੱਚੇ 'ਚ ਕੰਫਰਟੇਬਲ ਰਹਿੰਦੀਆਂ ਸਰ ਗਾਵਾਂ। ਅੱਜ ਪੱਕਾ ਇੱਥੇ ਅਸੀਂ ਵੀ ਕੀਤਾ ਹੈ, ਪਰ ਇੰਨੀ ਦੇਰ ਵਾਸਤੇ ਕੀਤਾ ਵੀ ਦੁੱਧ ਕੱਢਣਾ ਹੁੰਦਾ ਹੈ ਨਾ, ਇੱਥੇ ਬਾਰਿਸ਼ ਬੂਰਿਸ਼ ਆ ਜੇ, ਚਿੱਕੜ ਵਿਕੜ ਹੋ ਜੇ ਤਾਂ ਥੋੜੀ ਦਿੱਕਤ ਰਹਿੰਦੀ ਹੈ। ਬਾਕੀ ਪੂਰਾ ਦਿਨ ਖੁੱਲੀਆਂ ਰਹਿਣਗੀਆਂ, ਕੱਚੇ 'ਚ ਰਹਿਣਗੀਆਂ, ਆਪਸ 'ਚ ਖੇਲਣਗੀਆਂ, ਮਸਤੀ ਕਰਨੀਆਂ। ਆਪਾਂ ਬੜਾ ਇਹਦੇ ਨਾਲ ਨੇਚਰ ਨਾਲ ਧੱਕਾ ਨਹੀਂ ਕਰਨਾ ਸਰ, ਹੈ ਨਾ। ਬਹੁਤ ਅੱਗੇ ਵੀ ਧੱਕਾ ਹੋ ਰਿਹਾ, ਆਪਾਂ ਇਹਨੂੰ ਨੇਚਰ ਨਾਲ ਧੱਕਾ ਕਰਕੇ ਅਸੀਂ ਤਾਂ ਬੈਕ ਟੂ ਬੇਸਿਕ ਜਾ ਰਹੇ ਹਾਂ। ਸਾਡੇ ਜਵਾਕਾਂ ਨੂੰ ਲਵਾਉਂਦੇ ਹਾਂ ਜੀ। ਮੇਰੀ ਭੈਣਾਂ ਹੈ ਗ੍ਰੈਜੂਏਸ਼ਨ ਕਰ ਰਹੀਆਂ, ਉਹਨਾਂ ਨੂੰ ਮੈਂ ਕਹਿੰਦਾ ਵੀ ਘੰਟਾ ਤੁਸੀਂ ਆਪ ਦਾ ਸ਼ਰਮਦਾਨ ਕੰਮ ਦਾ ਦਾਨ ਕਰੋ ਆਗੇ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਆਪਾਂ ਕਿੱਥੋਂ ਆਏ ਹਾਂ, ਕੀ ਚੀਜ਼ ਹੈ ਗਾਵਾਂ, ਕੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਹੁਣ ਬਾਜ਼ਾਰ 'ਚ ਜਵਾਕ ਨੂੰ ਪਤਾ ਹੋਵੇ ਕਾਓ ਹੈ, ਉਹਨੇ ਕਾਪੀ 'ਚ ਕਿਤਾਬ 'ਚ ਦੇਖ ਲਈ, ਉਹਨੂੰ ਫਿਜ਼ੀਕਲੀ ਪਤਾ ਨਹੀਂ ਮੈਂ ਪੀ ਦੁੱਧ ਰਿਹਾ, ਉਹ ਨਿਕਲਦਾ ਕਿੱਦਾਂ, ਲਿਟਰਲੀ ਹੈ। ਤੁਸੀਂ ਜਾ ਕੇ ਪੁੱਛ ਲਿਓ ਭਾਵੇਂ ਕਿਸੇ ਨੂੰ। ਅਸੀਂ ਵੀ ਦੇਖੋ ਸਾਡੇ ਰਿਸ਼ਤੇਦਾਰਾਂ ਦਾ ਇਹ ਦੁੱਧ ਆਂਦਾ ਕਿੰਦੋਂ ਕਿਤੇ ਪਤਾ ਨਹੀਂ ਹੈ ਮੇਰੇ ਕਹਾਂ ਸੇ आता है, दूध आता है, मिल्क आता है। तो ये चीज़ां जरूरी है सर, है ना। आने वाले ਹੁਣ धीरे धीरे ਛੱਡ ਰਹੇ ਆ ਲੋਕ, ਤਾਂ ਆਉਣ ਵਾਲੇ 5 ਸਾਲ 10 ਸਾਲਾਂ ਬਾਅਦ 15 ਸਾਲਾਂ 20 ਸਾਲਾਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਊਗੀ ਤਾਂ ਉਹ ਪੁੱਛੂਗੀ ਜ਼ਰੂਰ। ਇਹ ਤਾਂ ਗੱਲ ਪੱਕੀ ਹੈ ਸਰ। ਮੈਂ ਵੀ ਮੇਰੇ ਪਾਪਾ ਨੂੰ ਪੁੱਛਿਆ ਵੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਸੀ, ਤਾਂ ਉਹਨੇ ਕਿਹਾ ਸੀ ਮੈਂ ਤੁਹਾਨੂੰ ਪੜ੍ਹਾ ਲਿਖਾਤਾ, ਮੈਂ ਜ਼ਮੀਨ ਤਾਂ ਨਹੀਂ ਖਰੀਦ ਸਕਿਆ, ਪਰ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਸਰ ਸਾਡਾ ਸਮਾਜ ਆਪਾਂ ਨੂੰ ਆਉਣ ਵਾਲੇ ਜਵਾਕ ਪੁੱਛਣਗੇ ਵੀ ਤੁਸੀਂ ਬਈ ਕੀ ਕੀਤਾ ਸੀ ਸਾਡੇ ਵਾਸਤੇ। ਪੜ੍ਹਨ ਲਿਖਣ ਤੋਂ ਹੀ ਇੱਕ ਸਵਾਲ ਹੈਗਾ ਕਿ MBA ਕੀਤੀ ਹੈ, ਹਾਲਾਂਕਿ MBA ਕਰਨ ਤੋਂ ਬਾਅਦ ਜਿਹੜੇ ਲੋਕ
ਭਾਲਦੇ ਹੈਗੇ ਕਿ ਜਾਂ ਤਾਂ ਵਿਦੇਸ਼ਾਂ 'ਚ ਚਲੇ ਜਾਈਏ ਜਾਂ ਫਿਰ ਕਿਸੇ ਚੰਗੇ ਹੋਟਲ 'ਚ ਜਾਂ ਫਿਰ ਚੰਗੇ ਕਿਤੇ ਕੰਪਨੀ 'ਚ ਜਾ ਕੇ ਸੈਟਲ ਹੋ ਜਾਈਏ। ਲੇਕਿਨ ਤੁਸੀਂ ਆਪਦੇ ਕਿੱਤੇ ਨਾਲ ਜੁੜੇ ਹੋ, ਤੁਸੀਂ ਸਾਹੀਵਾਲ ਨਸਲ ਦੀਆਂ ਜਿਹੜੀਆਂ ਗਾਵਾਂ ਹੈਗਾ ਇਹਨਾਂ ਨੂੰ ਬਚਾਉਣ ਦੀ ਇੱਕ ਜਿਹੜੀ ਹੈਗੀ ਮੁਹਿੰਮ ਸ਼ੁਰੂ ਕੀਤੀ ਹੈ, ਕੋਸ਼ਿਸ਼ ਸ਼ੁਰੂ ਕੀਤੀ ਹੈਗੀ, ਤੇ ਆਖਰੇ ਫਿਰ ਕਿਸ ਤਰ੍ਹਾਂ ਮਨ 'ਚ ਆਇਆ? ਸਰ ਜ਼ਰੂਰਤਾਂ ਘੱਟ ਹੈ। ਪੜ੍ਹ ਭਾਵੇਂ ਮੈਂ ਪੜ੍ਹਿਆ ਸੀ, ਟ੍ਰੇਨਿੰਗ ਵੀ ਕੀਤੀ ਹੈ, MNC 'ਚ ਵੀ ਜੋਬ ਵੀ ਥੋੜੀ ਕੀਤੀ ਹੈ, ਮੈਂ ਕਰ ਵੀ ਰਿਹਾ, ਪਰ ਇੱਕ ਇਹ ਚੀਜ਼ ਹੈ ਨਾ ਸਰ, ਜ਼ਰੂਰਤਾਂ ਆਪਾਂ ਘੱਟ ਰੱਖੀਆਂ ਹੈ ਨਾ, ਸੀਮਿਤ ਰੱਖੀਆਂ। ਜਿਸ ਹਿਸਾਬ ਨਾਲ ਆਪਣਾ ਐਜੂਕੇਸ਼ਨ ਦੇ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਵੀ ਲੈਵਲ ਵਧ ਗਿਆ ਆਪਣਾ, ਲੈਵਲ ਮੈਂਟਲੀ ਵਧਾ ਲਓ, ਕੋਈ ਦਿੱਕਤ ਨਹੀਂ ਹੈ, ਪਰ ਜਿਵੇਂ ਸੋਸ਼ਲੀ ਤੁਸੀਂ ਉਸ ਹਿਸਾਬ ਨਾਲ ਆਪਦੇ ਗਰਾਊਂਡ ਨਾਲ ਜੁੜੇ ਰਹਿੰਦੇ ਹੋ ਤਾਂ ਤਕਲੀਫ ਨਹੀਂ ਹੁੰਦੀ। ਜਦੋਂ ਇੱਥੋਂ ਦੂਰ ਜਾਂਦੇ ਆ ਸਰ, ਪੈਸਾ ਹਰੇਕ ਥਾਂ 'ਤੇ, ਤੁਸੀਂ ਨਿਕਲ ਜਾਓ ਢਿੰਗਾਲੀ ਤੋਂ, ਸਾਡੇ ਪਿੰਡ ਤੋਂ ਬਾਹਰ ਨਿਕਲੋਗੇ, ਪੈਸਾ ਬਹੁਤ ਹੈ, ਪਰ ਉਹ ਪੈਸੇ ਤੋਂ ਇਲਾਵਾ ਤੁਹਾਨੂੰ ਦੂਜੀ ਚੀਜ਼ ਨਹੀਂ ਮਿਲਦੀ। ਤੁਸੀਂ ਪੜ੍ਹੋ ਵੀ ਮੇਰਾ ਚਾਚਾ ਮਿਲ ਜਾਏਗਾ, ਚਾਚਾ ਮੈਂ ਸੋ ਰਿਹਾ ਤਾਂ ਫਿਰ ਲੇਟ ਉੱਠਣਾ ਮੈਂ, ਤਾਂ ਤੁਹਾਨੂੰ ਲੇਟ ਕੋਈ ਨਹੀਂ ਉੱਠਣ ਦਿੰਦਾ ਸਰ, ਠੀਕ ਹੈ। ਤੁਸੀਂ ਕਿਹਾ ਵੀ ਮੈਨੂੰ ਦਹੀਂ 'ਚ ਰੋਟੀ ਚੂਰੀ ਬਣਾ ਕੇ, ਉੱਥੇ ਕੋਈ ਨਹੀਂ ਦਿੰਦਾ ਸਰ, ਤੁਹਾਨੂੰ ਪੈਸਾ ਮਿਲ ਜਾਏਗਾ, ਰੋਟੀ ਮਿਲ ਜਾਏਗੀ ਵਧੀਆ 5 ਸਟਾਰ ਦਿਖਾ ਲਓ ਭਾਵੇਂ, ਪਰ ਜਿਹੜੀ ਮਾਂ ਦੇ ਕੋਲ ਬਹਿ ਕੇ ਤੁਸੀਂ ਗੋਡੇ ਕੋਲ ਮਤਲਬ ਜਦੋਂ ਪਕਾਉਂਦੀ ਹੈ ਗਰਮ ਕਰੋ, ਉਹ ਤੁਹਾਨੂੰ ਖਾਣਾ ਕਿਤੇ ਨਹੀਂ ਮਿਲਦਾ। ਪੂਰਾ ਇੰਡੀਆ ਗਾ ਕੇ ਦੇਖ ਲਿਆ ਸਰ, ਜਿਹੜਾ ਸਕੂਨ, ਜਿਹੜੀ ਸ਼ਾਂਤੀ, ਠੀਕ ਹੈ ਵਰਕ ਹਾਰਡ ਹੈ, ਕੋਈ ਮੈਂਟਲੀ ਪ੍ਰੈਸ਼ਰ ਨਹੀਂ ਹੈ ਸਰ, 1% ਵੀ ਕੋਈ ਟਾਰਗੇਟ ਨਹੀਂ ਹੈ, ਆਰਾਮ ਨਾਲ ਈਜ਼ੀਲੀ ਆਪਦਾ ਖਾਓ ਪੀਓ, ਕੰਮ ਕਰੋ, ਸ਼ਾਂਤੀ ਨਾਲ ਸੋ ਜਾਓ, ਨਾ ਲੜਾਈ ਨਾ ਝਗੜਾ, ਨਾ ਹੀ ਕਿਸੇ ਤਰ੍ਹਾਂ ਦੀ ਵੀ ਹੋੜ ਲੱਗੀ ਹੈ ਇੱਥੇ, ਕਿਸੇ ਦਾ ਕੰਪੀਟੀਸ਼ਨ ਨਹੀਂ ਹੈ। ਤੁਸੀਂ ਦੇਖੋ ਨਾ, ਤੁਸੀਂ ਵੀਡੀਓ ਮਤਲਬ ਪਹਿਲਾਂ ਤੁਸੀਂ ਮਿਲੇ ਸੀ ਲੋਕਾਂ ਨੂੰ, ਤੁਹਾਨੂੰ ਕਿਤੇ ਵੀ ਨਹੀਂ ਲੱਗਿਆ ਵੀ ਇਹਦੇ 'ਚ ਕੰਪੀਟੀਸ਼ਨ ਹੈ, ਵੀ ਮੈਂ ਅੱਗੇ ਆ ਜਾਵਾਂ, ਮੈਂ ਪਿੱਛੇ ਹੋ ਜਾਵਾਂ। ਬੰਦਾ ਕਿਉਂ ਭੱਜਦਾ ਹੈ ਸਰ? ਦੌੜ ਜਦੋਂ ਦੋਵਾਂ ਦੀ ਹੋਊਗੀ ਤਾਂ ਹੀ ਆਪਾਂ ਭੱਜਾਂਗੇ, ਦੌੜ ਆਪਣੀ ਕਿਸੇ ਨਾਲ ਹੈ ਹੀ ਨਹੀਂ। ਤਾਂ ਕਰਕੇ ਮੈਂ ਇਸ ਕੰਮ ਨਾਲ ਜੁੜਿਆ ਸਰ। ਇਹ ਕੰਮ ਮਤਲਬ ਮੈਂਟਲੀ ਸੈਟੀਸਫੈਕਸ਼ਨ, ਮੈਂਟਲੀ ਤੁਹਾਨੂੰ ਪੀਸ ਦਿੰਦਾ ਹੈ ਸਰ। ਜਿਵੇਂ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਵੀ 80 90 ਸਾਲ ਦੇ ਹੋ ਗਏ, ਉਹਨਾਂ ਨੂੰ ਛਿੱਕ ਤੱਕ ਨਹੀਂ ਆਉਂਦੀ, ਤਾਂ ਤੁਹਾਨੂੰ ਕਿੱਥੇ ਤਾਂ ਲੱਗਦਾ ਨਾ ਵੀ ਆਪਾਂ ਬਿਮਾਰੀਆਂ 'ਚ ਕਿਉਂ ਜਾਈਏ। ਪੈਸਾ ਵੀ ਆਪਾਂ ਕੋਵਿਡ ਵੇਖਿਆ ਸੀ, ਲੋਕਾਂ ਦੇ ਕੋਲ ਬੈਗ ਭਰੇ ਪਏ ਸੀ ਪੈਸਿਆਂ ਦੇ, ਪਰ ਬੰਦਾ ਆਪਾਂ ਵਾਪਸ ਨਹੀਂ ਲਿਆ ਸਕਦੇ ਸੀ, ਉਹ ਹਾਰ ਕੇ ਆ ਰਿਹਾ ਸੀ। ਇਹ ਚੀਜ਼ਾਂ ਸਰ ਮੈਟਰ ਕਰਦੀਆਂ। ਮੇਰਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਸਰ। ਸਰਵੇ ਵੀ ਕਾਫੀ ਆਇਆ ਹੈ ਇਸ ਬਾਰੇ, ਦੁੱਧ ਬਾਰੇ, ਕਿ ਜਿੰਨੀ ਖਪਤ ਹੈਗੀ ਜੀ ਸਰ, ਤੇ ਉਹਨੇ ਜਿਹੜੇ ਪਸ਼ੂ ਜਾਂ ਪਸ਼ੂਧਨ ਹੈ ਨਹੀਂ ਕਿ ਜਿੱਥੋਂ ਆਪਾਂ ਦੁੱਧ ਜਿਹੜਾ ਲੈ ਸਕੀਏ, ਲੇਕਿਨ ਫਿਰ ਵੀ ਜਿਹੜਾ ਹੈਗਾ ਦੁੱਧ ਜਿਹੜਾ ਹੈਗਾ ਵਿਕ ਰਿਹਾ ਹੈਗਾ। ਕੀ ਮੰਨਦੇ ਹੋ ਕਿ ਦੁੱਧ ਫਿਰ ਆਖਰ ਆ ਕਿੱਥੋਂ ਰਿਹਾ? ਸਰ ਇਹ ਕੁਐਸਚਨ ਤਾਂ ਦੇਖੋ ਬਹੁਤ ਕੰਪਲਿਕੇਟਡ ਹੈ, ਇਹਦਾ ਜਵਾਬ ਮਤਲਬ ਜੇ ਤੁਸੀਂ ਮੇਰੇ ਕੋਲ ਅਥਾਰਟੀਲੀ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਪਰ ਦੁੱਧ ਜਿਵੇਂ ਕਹਿੰਦੇ 34,000 ਲੱਖ ਟਨ ਪਤਾ ਨਹੀਂ ਕਿੰਨਾ ਮਤਲਬ ਪ੍ਰੋਡਕਸ਼ਨ ਹੋ ਰਹੀ ਹੈ, 72-76 ਲੱਖ ਟਨ ਦੀ ਕੰਜ਼ੰਪਸ਼ਨ, ਇਸ ਤਰ੍ਹਾਂ ਕੋਈ ਨੈਟ 'ਤੇ ਮੈਂ ਸਰਚ ਕੀਤੀ ਜੀ ਸਰ। ਦੁੱਧ ਤਾਂ ਆ ਰਿਹਾ ਪਿੰਡਾਂ 'ਚੋਂ ਅਤੇ ਆ ਰਿਹਾ ਵੀ ਘਰਾਂ 'ਚੋਂ ਹੈ। ਅੱਜ ਤੋਂ 4-5 ਸਾਲ ਪਹਿਲਾਂ ਟ੍ਰੈਂਡ ਇਹ ਸੀ ਵੀ ਜੇ ਦੁੱਧ 'ਚ ਕੋਈ ਮਿਲਾਵਟ ਕਰਦਾ ਸੀ, ਪਾਣੀ ਮਿਲਾਉਂਦੇ ਸੀ ਪਿੰਡਾਂ 'ਚ ਸਰਬ ਲੋਕ, ਅਤੇ ਵੱਡਾ ਕੋਈ ਮਾਫੀਆ ਹੈ, ਕਰਪਟ ਬੰਦਾ ਹੈ, ਵੱਡਾ ਕੰਮ ਹੈ ਉਹਦਾ, ਉਹ ਕੋਈ ਕੈਮੀਕਲ ਨਾਲ ਦੁੱਧ ਤਿਆਰ ਕਰਦਾ ਸੀ। ਇਹ ਫਰਕ ਸੀ ਪਹਿਲਾਂ, ਅੱਜ ਤੋਂ 5-7 ਸਾਲ ਪਹਿਲਾਂ। ਅੱਜ ਸਰ ਜਿਵੇਂ ਨੈੱਟ ਦਾ ਜ਼ਮਾਨਾ ਹੈ, YouTube ਦਾ ਹੈ, ਲੋਕ ਹਾਲਾਂਕਿ ਉਹ ਬੁਰਾ ਨਹੀਂ ਦਿਖਾਉਂਦੇ, ਉਹ ਤਾਂ ਸਹੀ ਦਿਖਾਉਂਦੇ ਵੀ ਨਕਲੀ ਦੁੱਧ ਫੜ ਲਿਆ, ਇਹ ਇੱਥੇ ਐ ਬਣਾ ਰਹੇ ਸੀ। ਹੁਣ ਸਰ ਜਿਹੜਾ ਦੁੱਧ ਪਿੰਡਾਂ 'ਚੋਂ ਵੀ ਜਾ ਰਿਹਾ ਨਾ, ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਪਰ ਬਹੁਤ ਜ਼ਿਆਦਾ ਉਹਦੇ 'ਚ ਵੀ ਛੋਟੇ ਜਿਹੜੇ ਫਾਰਮਰ ਹੈ ਉਹ ਵੀ ਗੜਬੜ ਕਰਨ ਲੱਗੇ ਸਰ। ਭਾਵੇਂ ਦੁੱਧ 4 ਲੀਟਰ ਦੀ ਥਾਂ 'ਤੇ 2 ਲੀਟਰ ਲੈ ਲਓ, ਕੋਈ ਜ਼ਰੂਰੀ ਨਹੀਂ ਹੈ। ਦੁੱਧ ਜ਼ਰੂਰੀ ਕਿੱਥੇ ਨਹੀਂ ਲਿਖਿਆ ਹੋਇਆ ਵੀ ਦੁੱਧ ਅੱਧਾ ਲੀਟਰ ਪੀਣਾ ਤੁਸੀਂ, ਪਰ ਪੀਓ ਸ਼ੁੱਧ ਸਰ। ਬਹੁਤ ਹੀ ਜ਼ਿਆਦਾ ਮਿਲਾਵਟ ਆ ਰਹੀ ਹੈ, ਬਹੁਤ ਜ਼ਿਆਦਾ ਮਿਕਸਅਪ ਹੋ ਰਿਹਾ ਹੈ, ਅਤੇ ਹਾਰਮ ਕੈਮੀਕਲ ਮਿਕਸ ਹੋ ਰਹੇ ਹੈ ਬਹੁਤ ਖਤਰਨਾਕ ਵਾਲੇ। ਪਾਣੀ ਮਿਲਾ ਦੇਵੇ ਜ਼ਮੀਨਦਾਰ, ਕੀ ਹੁੰਦਾ ਉਬਾਲਾਂਗੇ ਪਾਣੀ ਨਿਕਲ ਜਾਏਗਾ, ਉਹ ਤਾਂ ਕੋਈ ਜ਼ਹਿਰ ਤਾਂ ਨਹੀਂ ਹੈ ਨਾ ਸਰ। ਹੁਣ ਛੋਟੇ ਕਿਸਾਨਾਂ ਨੂੰ ਪਤਾ ਲੱਗਿਆ ਵੀ ਦੁੱਧ 'ਚ ਗੜਬੜ ਕਿਵੇਂ ਕਰ ਸਕਦੇ ਹੋ, ਉਹਨਾਂ ਦੀ ਇਨਕਮ ਹੋ ਨਹੀਂ ਰਹੀ ਦੁੱਧ 'ਚੋਂ। ਇਹ ਵੀ ਸਾਥ ਨਾਲ ਹੀ ਹੈ ਪੁਆਇੰਟ। ਮੈਂ ਨਹੀਂ ਕਹਿੰਦਾ ਵੀ ਹਰੇਕ ਆਦਮੀ 70 ਰੁਪਏ ਦੁੱਧ ਅਫੋਰਡ ਕਰ ਸਕਦਾ ਹੈ, ਪਰ ਉਹ 4 ਕਿਲੋ ਦੀ ਥਾਂ 'ਤੇ 2 ਕਿਲੋ ਤਾਂ ਮਤਲਬ ਲੈ ਹੀ ਸਕਦਾ ਹੈ ਨਾ। 4 ਕਿਲੋ ਲੈ ਰਿਹਾ 40 ਰੁਪਏ 30 ਰੁਪਏ, ਤਾਂ ਉਹ 2 ਕਿਲੋ ਹੀ ਲੈ ਲਵੇ। ਦੁੱਧ ਥੋੜੀ ਚਾਹ ਪੀਣੀ ਹੈ ਉਹ 2 ਵਾਰ ਪੀ ਲਵੇ, ਪਤਲੀ ਪੀ ਲਵੇ, ਘੱਟ ਦੁੱਧ ਪਾ ਕੇ ਪੀ ਲਵੇ। ਪਰ ਸਰ ਗਲਤ ਦੁੱਧ ਹੈ ਨਾ, ਉਹ ਬਹੁਤ ਜ਼ਿਆਦਾ ਹਾਰਮਫੁਲ ਹੈ। ਜਿਹੜੇ ਕ੍ਰਿਟੀਕਲ ਪੁਆਇੰਟ 'ਤੇ ਆਪਾਂ ਦੁੱਧ ਪਾਉਂਦੇ ਹਾਂ, ਜਿਹੜਾ ਤੁਸੀਂ ਮੈਨੂੰ ਤੁਹਾਡਾ ਮੇਨ ਕੁਐਸਚਨ ਸੋਰੀ ਇਹ ਸੀ ਵੀ ਕਿੱਥੋਂ ਆ ਰਹੇ, ਕਿ ਇਹ ਆ ਰਹੇ ਬਾਜ਼ਾਰ ਪਿੰਡਾਂ 'ਚੋਂ ਹੀ, ਲੋਕਾਂ ਦੇ ਘਰਾਂ 'ਚੋਂ ਹੀ ਆ ਰਹੇ, ਪਰ ਇਹ ਦੁੱਧ ਨਹੀਂ ਹੈ ਸਰ। ਬਹੁਤ ਰੇਅਰ ਚਾਂਸ ਹੈ ਵੀ ਤੁਹਾਨੂੰ ਕੋਈ ਦੁੱਧ ਪਾਊਗਾ। ਕਿਉਂ ਪਾਊਗਾ? 30 ਰੁਪਏ ਲੀਟਰ ਬਣਦਾ ਹੀ ਨਹੀਂ ਸਰ। 30 ਰੁਪਈਆਂ 'ਚ ਕਿਸੇ ਵੀ ਹਾਲ 'ਚ ਨਹੀਂ ਬਣ ਸਕਦਾ ਸਰ। ਅਸੀਂ ਬਣਾਉਂਦੇ ਹਾਂ, ਸਾਨੂੰ ਪਤਾ ਤੇ 28 ਰੁਪਏ ਕਿਲੋ ਅਸੀਂ ਬੱਟਾ ਲੈ ਕੇ ਚਾਰਾ ਲੈ ਕੇ ਆਉਂਦੇ ਹਾਂ ਪਸ਼ੂਆਂ ਵਾਸਤੇ, ਫੀਡ ਲੈ ਕੇ ਆਉਂਦੇ ਹਾਂ। ਅਸੀਂ ਕਿਵੇਂ ਪਾਵਾਂਗੇ 30 ਰੁਪਏ ਲੀਟਰ? ਇੱਕ ਮਤਲਬ ਕੋਈ ਲੌਜਿਕ ਹੀ ਨਹੀਂ ਹੈ ਸਰ ਪਾਉਣ ਦਾ। ਤਾਂ ਉਹ ਕੀ ਕਰੂਗਾ ਤੁਸੀਂ ਦੱਸੋ? ਉਹ ਗੜਬੜ ਕਰੂਗਾ, ਅਤੇ ਉਹ ਗੜਬੜੀ ਬਾਜ਼ਾਰ 'ਚ ਜਾ ਰਹੀ ਹੈ ਸਰ। ਜੀ ਸਰ, ਇੱਕ ਗੱਲ ਚੱਲ ਰਹੀ ਸੀ ਕਿ ਤੁਸੀਂ ਦੱਸਿਆ ਹੈਗਾ ਕਿ ਮਤਲਬ ਇਹਨਾਂ ਦੇ ਵਿੱਚ ਵੀ ਇੱਕ ਫੀਲ ਹੁੰਦੀ ਹੈ, ਫੀਲਿੰਗਸ ਜਿਹੜੀ ਇਹਨਾਂ ਦੇ ਵਿੱਚ ਵੀ ਦੇਖੀ ਜਾਂਦੀ ਹੈਗੀ। ਜੇ ਆਪਾਂ ਗੁੱਸੇ ਨਾਲ ਇਹਨਾਂ ਦੇ ਨਾਲ ਕੁਝ ਗੱਲ ਕਰੀਏ ਜਾਂ ਇਹਨਾਂ ਨੂੰ ਮਾਰੀਏ, ਤਾਂ ਇਹ ਵੀ ਜਿਹੜਾ ਹੈਗਾ ਜਿਹੜਾ ਬੰਦੇ ਵਾਂਗੂ ਜਿਹੜੀ ਹੈਗੀ ਰੋਂਦੇ ਆ, ਮਹਿਸੂਸ ਕਰਦੇ ਹੈ।
ਤਾਂ ਕਿਸ ਤਰ੍ਹਾਂ ਦਾ ਹੁੰਦਾ ਹੈਗਾ ਕਿ ਹਾਲਾਂਕਿ ਤੁਸੀਂ ਤਾਂ ਚਲੋ ਇਹਨਾਂ ਦੇ ਵਿੱਚ ਵਿਚਰਦੇ ਹੋ ਤੇ ਥੋੜਾ ਜਿਹਾ ਦੱਸੋ ਕਿ ਇਸ ਬਾਰੇ। ਸਰ ਕਈ ਵਾਰ ਕੀ ਹੁੰਦਾ ਜਿਵੇਂ ਅੰਕਲ ਜੀ ਦੁੱਧ ਨਿਕਾਲ ਰਹੇ ਹੈ ਤੇ ਕਿਸੇ ਕੋਈ ਜਾਨਵਰ ਇੱਧਰ ਉੱਧਰ ਹੋ ਗਿਆ, ਗਾਣੇ ਸਪੋਜ਼ ਕਰੋ ਲੱਤ ਮਾਰਤੀ, ਹੁੰਦਾ ਹੈ ਕਿ ਵਾਰ ਡੁੱਟ ਚਿਮਕੀ ਇੱਕਦਮ ਡਰ ਗਈ, ਤਾਂ ਜਿਹੜਾ ਬੰਦਾ ਸਵੇਰੇ ਉਹਨੂੰ ਫੀਡ ਦਿੱਤੀ ਹੈ, ਪੇਟ ਭਰਿਆ ਉਹਦਾ, ਤੇ ਉਹ ਇੱਧਰ ਉੱਧਰ ਹਿੱਲ ਗਈ, ਥੋੜੀ ਬਹੁਤ ਗੜਬੜ ਹੋ ਗਈ, ਤਾਂ ਉਹ ਕੀ ਕਰਦਾ ਫਿਰ ਉਹਦੇ ਜਿਵੇਂ ਛੋਟੀ ਮਾਰਦੀ ਉਹਨੇ, ਉਹ ਉਸ ਟਾਈਮ ਦੁੱਧ ਤਾਂ ਦੇ ਦੂਗੀ ਉਹ ਉਸ ਟਾਈਮ ਦਾ, ਪਰ ਉਹ ਜਿਵੇਂ ਪੂਰਾ ਦਿਨ ਫੀਡ ਨਹੀਂ ਖਾਊਗੀ, ਵੀ ਜੇ ਮੈਂ ਪਾਤੀ ਉਹਨੂੰ ਫੀਡ ਨਹੀਂ ਖਾਣੀ ਉਹਨੇ, ਉਹ ਅੱਖਾਂ 'ਚ ਹੰਝੂ ਡਿੱਗਦੇ ਰਹਿਣਗੇ, ਉਹ ਸਾਈਡ ਰਹੂਗੀ। ਪਰ ਜਦੋਂ ਤੱਕ ਉਹ ਬੰਦਾ ਆਪ ਖੁਦ ਜਾ ਕੇ ਉਹਦੇ ਤੇ ਹੱਥ ਨਹੀਂ ਫੇਰੇਗਾ 4-5 ਵਾਰ, ਉਹਨੂੰ ਬਰਾਏਗਾ ਨਹੀਂ, ਉਹਨਾਂ ਦੇਰ ਤੱਕ ਜਿਵੇਂ ਸ਼ਾਮ ਨੂੰ ਦੁੱਧ ਵੀ ਘਟ ਜਾਣਾ ਕਿਉਂਕਿ ਉਹਨੇ ਦਿਨ 'ਚ ਫੀਡ ਨਹੀਂ ਖਾਦੀ। ਇਹ ਚੀਜ਼ਾਂ ਮੈਟਰ ਕਰਦੀ। ਜੋ ਕਈ ਵਾਰ ਤਾਂ ਜਵਾਕ ਆ ਗਿਆ ਨੀਚੇ, ਉਹਨੇ ਮਤਲਬ ਜਿਵੇਂ ਉਹਨੂੰ ਪਤਾ ਲੱਗਦਾ ਹੈ ਮਤਲਬ ਇਸ ਤਰ੍ਹਾਂ ਦਾ ਵੀ ਇਹ ਸਾਡਾ ਆਪਣਾ ਹੈ ਨਾ, ਤੁਸੀਂ ਜਿਵੇਂ ਬਾਹਰੋਂ ਕੋਈ ਬੰਦਾ ਆਊਗਾ ਉਹਨੂੰ ਖਾਣ ਨੂੰ ਪੈਂਦੀ ਹੈ, ਡਰਦੀਆਂ ਵੀ ਹੈ, ਮਤਲਬ ਫੀਲ ਦਾ ਤੁਹਾਨੂੰ ਦੱਸ ਰਿਹਾ ਮੈਂ, ਡਰਦੀਆਂ ਵੀ ਹੈ, ਚਮਕਦੀਆਂ ਵੀ ਹੈ। ਜਿਵੇਂ ਤਾਂ ਬੱਚਾ ਮਰ ਗਿਆ ਇੱਕ ਗਾਂ ਦਾ, ਠੀਕ ਹੈ, 2 ਦਿਨ ਤੱਕ ਗਾਂ ਨੇ ਫੀਡ ਨਹੀਂ ਖਾਦੀ, ਠੀਕ ਹੈ, ਵੀ ਜਿਵੇਂ ਛੋਟਾ ਜਵਾਕ ਆ ਕੇ ਉਹਨੂੰ ਖਵਾਇਆ, ਉਹਨੂੰ ਬਰਾਇਆ, ਉਹਨੂੰ ਤੋਂ ਜੋ ਫੀਡ ਖਾਣ ਲੱਗ ਜਾਂਦੀ ਹੈ। ਮਤਲਬ ਇਹ ਚੀਜ਼ਾਂ ਮੈਟਰ ਕਰਦੀਆਂ ਸਰ। ਇਹ ਨਹੀਂ ਹੈ ਵੀ ਬੱਚਾ ਮਰ ਗਿਆ ਆਪਾਂ ਆਪਣੇ 'ਚ ਵੀ ਫੀਲ ਹੈ, ਆਪਾਂ ਨਾਲ ਦੀ ਨਾਲ ਦੁੱਧ ਨਹੀਂ ਕੱਢਦੇ, ਹੋ ਜਾਂਦਾ ਕੋਈ ਹਰੀ ਬਿਮਾਰੀ ਆ ਗਈ, ਕੋਈ ਦਿੱਕਤ ਆ ਗਈ ਉਹਨੂੰ, ਤਾਂ ਗੁਜ਼ਰ ਗਿਆ बेचारा, ਪਰ ਉਹ ਰੋ ਰਹੀ ਹੈ, ਹੰਝੂ ਡਿੱਗ ਰਹੀ ਹੈ, ਜਿਵੇਂ ਉਹ ਲੈ ਕੇ ਜਾ ਰਹੇ ਜਿਹੜੇ ਵਿਚਾਰੇ ਸਾਡੀ ਹੈਲਪ ਕਰਦੇ ਉਠਾਉਣ ਵਾਸਤੇ ਪਸ਼ੂ ਨੂੰ, ਉਹਨੂੰ ਦੇਖ ਕੇ ਮਤਲਬ ਐਂ ਲੱਗਦਾ ਜਿਵੇਂ ਮਾਂ ਦੇਖ ਰਹੀ, ਜਿਵੇਂ ਲੇਡੀਜ਼ ਦੇਖਦੀ ਹੁੰਦੀ ਹੈ ਜੋ ਲਾਸ਼ ਕਰਨ ਜਾਂਦੀ, ਉਸ ਤਰ੍ਹਾਂ ਦਾ ਫੀਲ ਹੁੰਦਾ ਸਰ। ਖੁਦਾ ਇੱਕ ਪਰਮਾਤਮਾ ਦੀ ਮਿਹਰਬਾਨੀ ਹੈ, ਸਾਡੇ ਮਰਦੇ ਵੀ ਨਹੀਂ ਪਸ਼ੂ, ਜਿਵੇਂ ਅਮਰੀਕਨ ਵਿਚਾਰਿਆਂ ਦੇ ਵਿਦੇਸ਼ ਨੂੰ ਗਾਂਡਾ ਗੁੰਡਾ ਹੋ ਜਾਏ, ਉਹ ਇਸ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੁੰਦੀ ਨਾ ਜੀ। ਪਰ ਜਦੋਂ ਕੋਈ ਜਾਂਦਾ ਤਾਂ ਜਵਾਕ ਤਾਂ ਰੋਂਦੇ ਹੈ, ਨਾਲੇ ਮਾਵਾਂ ਵੀ ਰੋਂਦੀਆਂ, ਇਸ ਤਰ੍ਹਾਂ ਦਾ ਫੀਲ ਹੁੰਦਾ ਸਰ। ਜਿਵੇਂ ਤੁਸੀਂ ਜਾਓ ਇਹਨਾਂ ਨੂੰ ਗਲ ਪਕੜੀ ਪਾ ਲਓ ਤੇ ਤੁਹਾਨੂੰ ਚੱਟਣ ਲੱਗ ਜਾਂਦੀ ਹੈ ਨਾ, ਇਹਨੂੰ ਪਤਾ ਲੱਗਦਾ ਵੀ ਇਹ ਮੈਨੂੰ ਆਏ ਪਿਆਰ ਕਰੇ ਇਸ ਟਾਈਮ। ਜਿਵੇਂ ਤੁਹਾਡਾ ਆਪ ਦਾ ਮੂਡ ਖਰਾਬ ਹੈ, ਗੁੱਸੇ ਨਾਲ ਬੋਲਦਾ, ਹਟ ਸਾਈਡ ਹੋ ਜਾ, ਇਸ ਤਰ੍ਹਾਂ ਕਰਤਾ ਤਾਂ ਇੱਕਦਮ ਆਕੜ ਕੇ ਉਹ ਦੂਰ ਆ ਜਾ ਕੇ ਖੜ ਜਾਏਗੀ, ਮਤਲਬ ਇਹਨੂੰ ਪਤਾ ਲੱਗਿਆ ਵੀ ਇਹ ਤੇਰੇ ਨਾਲ ਸਹੀ ਨਹੀਂ ਹੈ ਇਹਦਾ ਮੂਡ। ਤੇ ਜਦੋਂ ਤੁਸੀਂ ਖਿੜ ਕੇ ਗਏ ਉਹਦੇ ਕੋਲ ਨਹੀਂ ਬੁਲਾ ਕੇ ਗਏ ਤਾਂ ਸਾਹਮਣੇ ਚੱਲ ਕੇ ਆਊਗੀ, ਤੇ ਤੁਹਾਨੂੰ ਇੱਕ ਥੋੜਾ ਜਿਹਾ ਟਾਈਮ ਲੱਗੂਗਾ, ਮੈਂ ਤੁਹਾਨੂੰ ਦਿਖਾਊਂਗਾ ਗਾਂ ਨੂੰ, ਆਵਾਜ਼ ਮਾਰ ਕੇ ਅੰਕਲ ਜੀ ਆਵਾਜ਼ ਮਾਰਨਗੇ ਤਾਂ ਗਾਂ ਚੱਲ ਕੇ ਆਊਗੀ, ਤੁਸੀਂ ਕਹੋਗੇ ਵਾਕਈ ਜੀ ਆ ਰਹੀ ਹੈ। ਇਸ ਤਰ੍ਹਾਂ ਦਾ ਮਤਲਬ ਟੱਚ ਰਹਿੰਦਾ ਇਹਨਾਂ ਦਾ ਨਾ, ਤੁਸੀਂ ਡੇਲੀ ਇਹਨਾਂ ਨੂੰ ਪਾਓਗੇ, ਚਾਰਾ ਨੀਰਾ ਪਾਓਗੇ, ਹੱਥ ਦੀ ਸਮੈਲ ਮੰਦੀ ਹੈ ਸਰ, ਹੱਥ ਨੂੰ ਬੰਦੇ ਨੂੰ ਪਛਾਣਨ ਲੱਗ ਜਾਂਦੀ ਹੈ, ਇਹ ਗੱਲ ਹੈ ਸਰ। ਕਿਸਾਨ ਪਰਿਵਾਰ ਨਾਲ ਜੁੜਿਓ, ਕਿਸਾਨੀ ਕੀਤਾ ਹੈਗਾ, ਨਾਲ ਜਿਹੜਾ ਹੈਗਾ ਪਸ਼ੂਆਂ ਦਾ ਜਿਹੜਾ ਕੀਤਾ ਹੈਗਾ ਕਾਰੋਬਾਰ, ਜਿਹੜਾ ਧੰਦਾ ਕੀਤਾ ਹੈਗਾ, ਇਹ ਤੁਹਾਡਾ ਸ਼ੌਂਕ ਹੈ। ਇਸੇ ਨਾਲ ਜੁੜਿਆ ਇੱਕ ਸਵਾਲ ਹੈਗਾ ਕਿ ਲੋਕ ਜਿਹੜੇ ਹੈਗੇ ਅੱਜ ਕਿਸਾਨੀ ਘਾਟੇ ਦਾ ਸੌਦਾ ਜਿਹੜੀ ਸਾਬਤ ਹੋ ਰਹੀ ਹੈ, ਤੇ ਲੋਕ ਜਿਹੜੇ ਖੁਦਕੁਸ਼ੀਆਂ ਵੀ ਕਰ ਰਹੇ ਹੈਗੇ, ਤੇ ਕੀ ਲੱਗਦਾ ਕਿ ਇੰਨੀ ਥੋੜੀ ਜ਼ਮੀਨ ਹੋਣ ਦੇ ਬਾਵਜੂਦ ਜੇਕਰ ਤੁਸੀਂ ਜਿਹੜਾ ਹੈਗੇ ਗਾਵਾਂ ਦਾ ਕੰਮ ਨਾ ਕਰਦੇ, ਸਾਹੀਵਾਲ ਨਸਲ ਨਾ ਲੈ ਕੇ ਆਉਂਦੇ, ਤਾਂ ਸ਼ਾਇਦ ਅੱਜ ਹਾਲਾਤ ਜਿਹੜੇ ਕੁਝ ਹੋਰ ਹੋਣੇ ਸੀ। ਹਾਂ ਸਰ ਬਿਲਕੁਲ ਹਾਲਾਤ ਇਹ ਹੋਣੇ ਸੀ ਵੀ ਜਾਂ ਤਾਂ ਅਸੀਂ ਕੁਝ ਗਲਤ ਧੰਦੇ 'ਚ ਪੈ ਜਾਣਾ ਸੀ। ਤੇ ਸਰ ਜ਼ਰੂਰਤ ਪੂਰੀ ਕਰਨ ਵਾਸਤੇ ਬੰਦਾ ਕੁਛ ਨਾ ਕੁਛ ਤਾਂ ਕਰੇਗਾ, ਜੇ ਕੁਛ ਵੀ ਨਹੀਂ ਕਰੇਗਾ ਉਹ ਲਾਸ਼ 'ਚ ਮਰੇਗਾ। ਮੈਂ ਦੇਖੋ ਕਿਸਾਨਾਂ ਨੂੰ ਇਹ ਨਹੀਂ ਕਹਿੰਦਾ ਵੀ ਸੁਸਾਈਡ ਹੋ, ਸਾਰੇ ਕਿਸਾਨ ਵੀ ਮੈਂ ਤੁਹਾਨੂੰ ਗਿਆਨ ਦੇ ਦੇਵਾਂ ਇੱਥੇ ਵੀ ਬਹੁਤ ਵੱਡਾ ਵੀ ਐਂ ਕਰ ਦੋ ਔਰ ਵੀ ਇਹ ਕਰ, ਨਹੀਂ ਸਰ, ਪਰ 90% ਹੈ ਨਾ ਬੰਦੇ ਦਾ ਆਪ ਦਾ ਹੱਥ ਹੁੰਦਾ ਹੈ ਸਰ। ਫਸਟ ਆਫ ਆਲ ਮੈਂ ਆਪ ਦਾ ਖਰਚਾ ਜਿਹੜਾ ਹੈ ਉਹ ਕੰਟਰੋਲ ਰੱਖਣਾ ਪੈਂਦਾ ਹੈ। ਅਸੀਂ ਜੇ ਸਾਹੀਵਾਲ ਨਹੀਂ ਪਾਲਦੇ ਤਾਂ ਅਸੀਂ ਜਾਂ ਤਾਂ ਕਿਸੇ ਦੇ ਖੇਤ 'ਚ ਮਜ਼ਦੂਰ ਹੋਣਾ ਸੀ, ਮਜ਼ਦੂਰੀ ਸਾਡੇ ਤੋਂ ਨਹੀਂ ਹੋਣੀ ਸੀ, ਫਿਰ ਅਸੀਂ ਮਰਨਾ ਸੀ, ਅਸੀਂ ਨਸ਼ਾ ਪਤਾ ਕਰਨਾ ਸੀ, ਕੁਛ ਨਾ ਕੁਛ ਅਸੀਂ ਕਰਨਾ ਸੀ। ਮੈਂ ਇਹ ਕਹਿਣਾ ਚਾਹੁੰਦਾ ਸਰ ਵੀ ਛੋਟਾ ਮੋਟਾ ਕੀਤਾ ਇਹ ਬੜਾ ਤਕੜਾ ਸਾਈਕ ਦਿੰਦਾ ਸਰ। ਇਨਕਮ ਦਾ ਮੈਂ ਅਜੇ ਵੀ ਤੁਹਾਨੂੰ ਪਹਿਲੀ ਵਾਰ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ ਵੀ ਮੈਂ ਨਹੀਂ ਕਹਿੰਦਾ ਵੀ ਤੁਹਾਡੇ ਕੋਲ ਫੋਰਚੂਨਰ ਆ ਕੇ ਖੜੀ ਹੋ ਜਾਏਗੀ, ਪਰ ਤੁਹਾਨੂੰ ਮਰਨਾ ਨਹੀਂ ਪਵੇਗਾ, ਤੁਹਾਨੂੰ ਤੁਹਾਡੇ ਜਵਾਕਾਂ ਨੂੰ ਕਿਸੇ ਹੋਰ ਦੇ ਖੇਤ 'ਚ ਨਹੀਂ ਕੰਮ ਕਰਨ ਵਾਸਤੇ ਜਾਣਾ ਪਊਗਾ। ਉਹ ਚੰਗੇ ਪੜ੍ਹਨਗੇ, ਚੰਗੇ ਲਿਖਣਗੇ ਤੇ ਨਾਲੇ ਧਰਤੀ ਨਾਲ ਜੁੜੇ ਰਹਿਣਗੇ ਤੇ 2 ਰੁਪਏ ਤੁਹਾਨੂੰ ਬਣਨਗੇ। ਸਾਡੇ ਕੋਲ 4 ਹੀ ਏਕੜ ਜ਼ਮੀਨ ਹੈ ਸਰ, ਮੈਂ ਤੁਹਾਨੂੰ ਕਰ ਦਿਖਾਵਾਂ, ਜੇ ਤੁਸੀਂ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਹਾਨੂੰ ਪੁਰਾਣਾ ਕਰ ਦੇਵਾਂ। ਤੁਸੀਂ ਕਹੋਗੇ 14 ਬੰਦੇ ਰਹਿ ਨਹੀਂ ਸਕਦੇ, 14 ਬੰਦੇ 40 ਪਸ਼ੂ ਇਸ ਖਰਚੇ ਰਹਿ ਕੇ ਦਿਖਾ ਦਿਓ। 3 ਕਮਰੇ, ਸਾਡੀ ਵੀ ਮਤਲਬ ਪ੍ਰਾਈਵੇਸੀ ਹੈ, ਸਾਦੀशुदा ਲੋਕ ਹੈ, ਸਾਰਾ ਕੁਝ ਸੀ ਉੱਤੇ। ਆਪਾਂ ਮਤਲਬ ਇਹ ਸਮਾਜ 'ਚ ਜਿਹੜੇ ਜਿਹੜੇ ਤਾਣੇ ਬਾਣੇ ਜਿਹੜੇ ਨੇ ਨਿਭਾਉਂਦੇ ਸੀ, ਸਾਰਾ ਕੁਝ ਹੀ ਸੀ। ਕੁੜੀਆਂ ਦੇ ਵਿਆਹ ਕੀਤੇ ਹੈ, ਉਹਨਾਂ ਦੀ ਡਿਲੀਵਰੀਆਂ ਕਰਾਈਆਂ, ਕੰਮ ਸਾਰੇ ਕੀਤੇ ਸੀ। ਪਰ ਇਹ ਜੇ ਗਾਵਾਂ ਨਹੀਂ ਹੁੰਦੀਆਂ ਸਾਡੇ ਕੋਲ ਤਾਂ ਸਾਡਾ ਵਜੂਦ ਹੀ ਨਹੀਂ ਹੋਣਾ ਸੀ ਸਰ। ਗੱਲ ਜਿਹੜੀ ਮੁੱਖ ਦੀ ਗੱਲ ਇਹ ਹੈ ਨਾ ਵੀ ਮੈਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਇਹ ਕੀਤਾ, ਅਸੀਂ ਕੁਝ ਨਹੀਂ ਕੀਤਾ ਸਰ, ਅਸੀਂ ਫੇਲ ਲੋਕ ਸੀਗੇ। ਇਹ ਮੇਰੇ ਚਾਚਾ ਜੀ ਪਿੱਛੇ ਬੈਠੇ ਹੈ, ਇਹ ਗ੍ਰੈਜੂਏਟ ਬੰਦਾ, ਅਨਇੰਪਲੋਇਡ ਬੰਦਾ। ਅਸੀਂ ਗਾਵਾਂ ਸਾਰੀਆਂ ਵੇਚ ਦਿੱਤੀਆਂ ਸੀ, ਸਾਡੇ ਕੋਲ ਕੁਝ ਵੀ ਹੈ ਨਹੀਂ ਸੀ। 9 ਬੱਚੀਆਂ ਸੀਗੀਆਂ ਸਾਡੇ ਕੋਲ। ਇਹਨੇ ITI ਕੀਤੀ, ਗ੍ਰੈਜੂਏਸ਼ਨ ਕੀਤੀ,
ਹੁਣ ਤੁਹਾਨੂੰ ਪਤਾ ਵੀ ਜੋਬ ਕਿਵੇਂ ਮਿਲਦੀ ਹੈ ਪੰਜਾਬ 'ਚ ਵੀ ਇੰਨਾ ਇੰਟੈਲੀਜੈਂਟ ਤਾਂ ਮਾਸਟਰ ਮਤਲਬ ਸਕੋਲਰ ਜੇ ਹੁੰਦਾ ਹੈ, ਉਹਨੂੰ ਤਾਂ ਦੇਖੋ ਜ਼ਰੂਰਤ ਵੀ ਨਹੀਂ। ਇਹ ਬੰਦਾ ਨੋਰਮਲ ਬੰਦਾ ਸੀ, ਮੈਨੂੰ ਕਹਿੰਦਾ ਵੀ ਮੈਂ ਬੀਟੈਕ ਕਰਿਆ ਸੀ ਸਟੱਡੀ ਲੋਨ ਵਗੈਰਾ ਲੈ ਕੇ, ਤਾਂ ਚਾਚਾ ਕਹਿੰਦਾ ਵੀ ਪਾਪਾ ਕਹਿੰਦੇ ਇਹਨੂੰ ਪ੍ਰਾਈਵੇਟ ਜੋਬ ਲਾ ਦਿਓ, ਇਹ ਲਾ ਦਿਓ। ਯਾਰ ਹੁੰਦਾ ਹੈ ਜਿਵੇਂ ਤੰਗੀਆਂ ਹੁੰਦੀਆਂ ਘਰਾਂ 20 ਲੱਖ ਰੁਪਏ ਕਰਜ਼ਾ ਹੋ ਜੇ ਜ਼ਮੀਂਦਾਰ ਦੇ, ਕਰਜ਼ਾ ਕੋਈ ਨਸ਼ੇ ਨਾਲ ਨਹੀਂ, ਉਹ ਜਵਾਕਾਂ ਨੂੰ ਪੜ੍ਹਾ ਲਿਆ, ਭੈਣਾਂ ਦੇ ਵਿਆਹ ਕਰਤੇ, ਕਰਨਾ ਪੈਂਦਾ ਸਰ ਸਾਰਾ ਕੁਝ ਇਸ ਸਮਾਜ 'ਚ। ਇਹ ਮੈਨੂੰ ਕਹਿੰਦਾ ਕੀ ਕਰਨਾ ਹੈ, ਮੈਂ ਕਿਹਾ ਮੈਂ ਟ੍ਰੇਨਿੰਗ ਵਗੈਰਾ ਕਰਕੇ ਆਇਆ ਸੀ ਪ੍ਰਾਈਵੇਟ ਕੰਪਨੀਆਂ 'ਚ। ਮੈਂ ਕਿਹਾ ਤੇਰਾ ਕੀ ਕਰਨ ਨੂੰ ਜੀ ਕਰਦਾ ਹੈ, ਕਰਨਾ ਕੀ ਹੈ, ਸਮਾਜ ਕੀ ਕਹਿੰਦਾ ਠੀਕ ਹੈ, ਆਪਾਂ ਕੋ ਨਸ਼ਾ ਜਾਂ ਗਲਤ ਕੰਮ ਨਹੀਂ ਕਰਨਾ। ਇਹ ਕਹਿੰਦਾ ਯਾਰ 9 ਬੱਚੀਆਂ ਭੁੱਖੀਆਂ ਖੜੀਆਂ ਕਰੇ, ਕਹਿੰਦਾ ਮੈਂ ਇਹਨਾਂ ਨੂੰ ਚਰਾ ਲਾਂਗੇ, ਮੇਰਾ ਦਿਲ ਕਰਦਾ। ਮੈਂ ਕਿਹਾ ਚਰਾ ਲੈ ਸਰ। ਉਹ 9 ਬੱਚੀਆਂ ਛੋਟੀਆਂ ਸੀਗੀਆਂ, ਇਹਨਾਂ ਨੂੰ 1 ਸਾਲ ਇਹਨੇ ਚਾਚਾ ਜੀ ਨੇ ਚਰਾਇਆ, 1 ਸਾਲ ਤੋਂ ਬਾਅਦ 9 ਨੇ ਅੱਗੇ 9 ਬੱਚੀਆਂ ਦਿੱਤੀਆਂ, ਉਸ ਤੋਂ ਬਾਅਦ ਘਰ ਭਰਤਾ ਸਾਡਾ ਗਾਵਾਂ ਨਾਲ। ਮਤਲਬ ਉਸ ਪੁਆਇੰਟ ਜੇ ਪਸ਼ੂ ਨਹੀਂ ਚਰਾਉਂਦੇ ਅਸੀਂ, ਗਾਵਾਂ 'ਚ ਨਹੀਂ ਲੱਗਦੇ, ਤਾਂ ਪਤਾ ਨਹੀਂ ਕਿੱਥੇ ਹੋਣੇ ਸੀ, ਕੋਈ ਪ੍ਰਾਈਵੇਟ ਜੋਬ ਕਰਦੇ ਹੋਣੇ ਜਾਂ ਕੋਈ ਗਲਤ ਧੰਦੇ 'ਚ ਪੈ ਜਾਣਾ ਸੀ। ਗਾਵਾਂ ਨੂੰ ਮੰਨਿਆ ਜਾਂਦਾ ਕਿ ਧਾਰਮਿਕ ਪੱਖੋਂ ਵੀ ਜਿਹੜਾ ਹੈਗਾ ਕਾਫੀ ਮਹੱਤਤਾ ਦੀ ਜਿਹੜੀ ਵੇਖੀ ਗਈ ਹੈ ਧਾਰਮਿਕ ਗ੍ਰੰਥਾਂ ਦੇ ਵਿੱਚ ਹੈ, ਜਾਂ ਆਪਾਂ ਪੁਰਾਤਨ ਜਿੰਨੇ ਵੀ ਜਿਹੜੇ ਕੋਈ ਧਾਰਮਿਕ ਗ੍ਰੰਥ ਕੱਢ ਲਏ ਹੈਗੇ, ਤੇ ਕੀ ਮੰਨਦੇ ਹੋ ਕਿ ਵਾਕਈ ਜਿਹੜਾ ਇਸ ਤਰ੍ਹਾਂ ਦਾ ਹੈ ਕਿ ਕੁਝ ਅਸਰ ਦੇਖਣ ਨੂੰ ਮਿਲਦਾ ਹੈ? ਸਰ ਅਸਰ ਇਹ ਮਿਲਦਾ ਹੈ ਵੀ ਸਾਡੇ ਘਰ 'ਚ 14 ਬੰਦੇ ਹੈ। ਮੈਂ ਦੇਖੋ ਸਰ ਪਰਮਾਤਮਾ ਤੋਂ ਡਰ ਕੇ ਗੱਲ ਕਰ ਰਿਹਾ, ਮੈਂ ਕੋਈ ਪ੍ਰੇਜ਼ ਨਹੀਂ ਕਰ ਰਿਹਾ। ਸਾਡੇ ਘਰ 'ਚ ਮੇਰੀ ਦਾਦੀ ਹੈ ਸਭ ਤੋਂ ਵੱਡੇ, 84-85 ਸਾਲ ਦੇ, ਉਹਨਾਂ ਦੀ ਅੱਖ ਵੀ ਨਹੀਂ ਦੁਖਦੀ ਕਿਤੇ। ਉਹਨਾਂ ਦੇ ਇੱਕ ਵਾਰ ਡਾਇਬਟੀਜ਼ ਹੋ ਗਿਆ ਸੀ, ਉਹ ਆਪਣੇ ਆਪ ਹੀ ਸਹੀ ਹੋ ਗਿਆ। ਸਾਡੇ ਕਿਸੇ ਹਾਈ BP ਨਹੀਂ ਹੈ, ਸ਼ੂਗਰ ਨਹੀਂ ਹੈ, ਕੁਝ ਬਿਮਾਰੀ ਨਹੀਂ ਹੈ। ਨੰਬਰ ਮੈਨੂੰ ਨਹੀਂ ਪਤਾ ਸਾਨੂੰ ਦਿੰਦੀਆਂ ਕੀ ਹੈ, ਦੁੱਧ ਦਿੰਦੀ ਹੈ, ਕਮਾਈ ਦੀ, ਉਹ ਸੈਕੰਡਰੀ ਚੀਜ਼ ਹੈ। ਦੂਜੀ ਚੀਜ਼ ਕੋਈ ਵੀ ਬੰਦਾ ਸਟ੍ਰੈਸ 'ਚ ਨਹੀਂ ਹੈ। अब धार्मिक पक्षों मन लो, टेक्निकली मन लो, साइंटिफिकली मन लो, है ना। पर अब ਜੇ ਤੁਸੀਂ ਕਹਿ ਦੋ ਵੀ ਇਹਨੂੰ ਕੱਟਣ ਵਾਸਤੇ ਲੈ ਕੇ ਜਾਣਾ, ਸਿੰਪਲ ਜੀ ਗੱਲ ਹੈ ਵੀ ਸਾਨੂੰ ਤਾਂ ਦਰਦ ਹੁੰਦਾ ਹੈ, ਮੈਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਦੀ ਧਾਰਮਿਕ ਹੈ, ਪਰ ਅਸੀਂ ਜਵਾਕਾਂ ਤਰੀਆਂ ਨੂੰ ਰੱਖਦੇ ਹਾਂ ਨਾ, ਪਾਲਦੇ ਹਾਂ ਬੜੀ ਰੀਝ ਨਾਲ। ਹੁਣ ਤੁਸੀਂ ਜੇ ਕੋਈ ਅਸੀਂ ਗਾਂ ਵੇਚਦੇ ਵੀ ਹੈ ਨਾ, ਤਾਂ ਸਾਡੇ ਜਵਾਕ ਪਿੱਛੋਂ ਮਤਲਬ ਤੰਗ ਹੁੰਦੇ ਆ, ਕਹਿੰਦਾ ਨਹੀਂ ਇਹਨੂੰ ਨਹੀਂ ਦੇਣੀ, ਇਹਨੂੰ ਅਸੀਂ ਮਿਸਾਲ ਦੀ 10-12 ਗਾਂ ਤਾਂ ਇਹ ਹੁੰਦੇ, ਉਹ ਵੇਚਣ ਵੀ ਨਹੀਂ ਦਿੰਦੇ ਸਾਨੂੰ, ਆਪਾਂ ਬੜਾ ਹਾਰਮ ਨਹੀਂ ਕਰਦੇ। ਧਾਰਮਿਕ ਪੱਖੋਂ ਐ ਵੀ ਲੋਕ ਸਾਡੇ ਕੋਲ ਆਉਂਦੇ, ਜਿਵੇਂ ਕਿਸੇ ਦੇ ਪੂਜਾ ਪਾਠ ਹੁੰਦਾ, ਕਹਿੰਦਾ ਕਿਸੇ ਇਹਨਾਂ ਦਾ ਮੂਤਰ ਚਾਹੀਦਾ ਹੈ, ਗੋਆ ਚਾਹੀਦਾ। ਪੜ੍ਹੇ ਲਿਖੇ ਹੋ, ਨੌਜਵਾਨ ਹੋ, ਠੀਕ ਹੈ, ਕਿਸਾਨੀ ਕਿੱਤੇ ਨਾਲ ਜੁੜੇ ਹੋ, ਕੀ ਜਿਹੜੇ ਯੂਥ ਹੈ ਜਿਹੜਾ ਅੱਜ ਦਾ ਜਿਹੜਾ ਹੈਗਾ, ਲੋਕ ਜਿਹੜੇ ਹੈ ਪਸ਼ੂ ਧਨ ਤੋਂ ਜਿਹੜੇ ਦੂਰ ਭੱਜ ਰਹੇ ਨੇ, ਕੀ ਸੰਦੇਸ਼ ਦੇਣਾ ਚਾਹੋਗੇ? ਹਾਲਾਂਕਿ ਤੁਸੀਂ ਇੱਕ ਮਿਸਾਲ ਕਾਇਮ ਕੀਤੀ ਹੈਗੀ ਜਿਹੜੀ। सर मैं संदेश यही देना चाहूँगा, ठीक है जे कोई अफसर कोई गजटेड ऑफिसर बने, कोई ऑफिसर बने, बहुत ब्यूरोक्रेट्स भी होने जरूरी है देश से, देश चलता नहीं। पर मैं ये कहना भी जो सवेरे स्पलेंडर 'ਚ तेल पा के, बुलेट 'ਚ तेल पा के निकलता है, शाम को आंदा आके आपके प्यो को कहते तैं कितना की सी मेरे वास्ते, है ना। ये चीज़ सही नहीं है सर। सारे गवर्नमेंट जॉब नहीं लग सकते, सारे बिजनेसमैन नहीं बन सकते, बिजनेस आइकॉन नहीं बन सकते, सारे इंटरप्रेन्योर नहीं बन सकते। ਤੁਸੀਂ ਆਪ ਦਾ ਛੋਟਾ ਜਿਹਾ ਧੰਦਾ ਰੱਖੋ ਵੀ ਨਾ ਤੁਹਾਨੂੰ ਮਰਨਾ ਪਵੇ, ਨਾ ਕਿਸੇ ਦੇ ਹੱਥ ਫੈਲਾਣਾ ਪਵੇ। ਕਿਸਾਨੀ ਠੀਕ ਹੈ, ਕਿਸਾਨੀ ਪੰਜਾਬ 'ਚ ਕਿੰਨੀ ਕੁ ਜ਼ਮੀਨ ਹੈ? ਤੁਸੀਂ ਮੇਰੇ ਪਿੰਡ 'ਚ ਦੇਖ ਲਓ, 100 ਕਿੱਲਿਆਂ ਦਾ ਬੰਦਾ ਮਿਲਦਾ ਹੀ ਨਹੀਂ ਤੁਹਾਨੂੰ। ਜ਼ਮੀਨ ਦਾ 4 ਕਿੱਲੇ 6 ਕਿੱਲੇ 5 ਕਿੱਲੇ ਇਹੀ ਰਹੂਗੀ ਨਾ ਸਰ। ਤੇ ਜ਼ਮੀਨ ਦੇ ਵਿੱਚੋਂ ਖਾਣਾ ਹੈ ਆਪਾਂ ਸਾਰਾ ਕੁਝ, ਫਿਰ ਸਾਨੂੰ ਦਿੱਕਤ ਹੋਊਗੀ ਸਰ ਨਾ, ਉਨੇ ਵੱਡੇ ਖਰਚੇ ਹੁੰਦੇ। ਮੈਂ ਪੂਰੇ ਯੂਥ ਨੂੰ ਮੰਨ ਲਓ, ਮੈਂ ਸੰਦੇਸ਼ ਤਾਂ ਮੈਂ ਤਾਂ ਕੀ ਦੇਣਾ, ਮੇਰੇ ਭਰਾ ਹੈ ਸਾਰੇ, ਮੈਂ ਤਾਂ ਇੱਕ ਮਤਲਬ ਸੁਜੈਸ਼ਨ ਦੇ ਸਕਦਾ ਉਹਨਾਂ ਨੂੰ, ਮਤਲਬ ਵਿਚਾਰ ਸਾਂਝਾ ਕਰ ਸਕਦਾ ਵੀ ਜੇ ਤੁਸੀਂ ਆਪ ਦਾ ਛੋਟਾ ਜਿਹਾ ਵੀ ਕੰਮ ਕਰੋ, ਲੋਨ ਨੂੰ ਲੈਣ ਦੀ, ਸ਼ੈੱਡ ਲਾਉਣ ਦੀ, ਬਹੁਤ ਜ਼ਿਆਦਾ ਵੱਡਾ ਇੰਪਾਇਰ ਖੜਾ ਕਰਨ ਦੀ ਜ਼ਰੂਰਤ ਨਹੀਂ। ਇੰਪਾਇਰ ਆਪਣੇ ਆਪ ਬਣ ਜਾਂਦਾ ਸਰ। ਇੰਪਾਇਰ ਜਦੋਂ ਤੁਹਾਡੇ ਕੋਲ ਇੱਕ ਗਜਟਰ ਅਫਸਰ ਆਉਂਦਾ ਹੈ, ਤੁਹਾਡੇ ਕੋਲ ਕੋਈ ਮੰਤਰੀ ਸਾਹਿਬ ਆਉਂਦੇ ਹੈ ਨਾ, DC ਸਾਹਿਬ ਆਉਂਦੇ, ਉਹ ਪੁੱਛਦੇ ਵੀ ਤੁਸੀਂ ਕੀ ਕੀਤਾ, ਕੀ ਹਿਸਾਬ ਨਾਲ ਕਿਤਾਬ ਹੈ, ਜਾਂ ਤੁਹਾਡੇ ਤੋਂ ਕੋਈ ਕਿਤਾਬ ਲਿਖਦਾ ਹੈ ਬੰਦਾ ਆ ਗਿਆ ਨਾ, ਸਟੱਡੀ ਕਰਦੇ ਆ। ਜਿਵੇਂ PhD ਵਾਲੇ ਮੁੰਡੇ ਕਈ ਵਾਰ ਜਿਹੜੇ ਐਗਰੀਕਲਚਰ 'ਚ IIM ਤੋਂ MBA ਵਗੈਰਾ ਕਰਦੇ, ਉਹ ਇਹ ਮੁੰਡੇ ਵੀ ਕਿਸ ਹਿਸਾਬ ਨਾਲ ਮਤਲਬ ਸਲੋਲੀ ਗਰੋ ਕੀਤਾ ਇਹਨੂੰ, ਵੀ ਫਸਟ ਇਨਵੈਸਟਮੈਂਟ ਹਰੇਕ ਕੋਲ ਨਹੀਂ ਹੁੰਦਾ। ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਆਪਦੇ ਮਾਂ ਪਿਓ ਨੂੰ ਇਹ ਕਹਿਣ ਦੀ ਬਜਾਏ ਵੀ ਤੁਸੀਂ ਕੀ ਕੀਤਾ ਜਾਂ ਮੈਨੂੰ ਕੰਮ ਕਰਾ ਕੇ ਦਿਓ, ਇਹ ਕੋਈ ਮਤਲਬ ਥੋੜ੍ਹੀ ਹੁੰਦਾ ਸਰ। ਕਈਆਂ ਦੇ ਹਾਲਾਤ ਨਹੀਂ ਹੁੰਦੇ ਕੰਮ ਕਰਾ ਕੇ ਦੇਣ ਵਾਲੇ। ਕੰਮ ਕਰਾ ਕੇ ਨਾ ਦਿਓ, ਕੰਮ ਆਓ ਆਪਾਂ ਕੰਮ ਕਰੀਏ, ਛੋਟਾ ਜਿਹਾ ਨਾਲ ਕੰਮ ਕਰੀਏ, ਖਰਚੇ ਕਮ ਰੱਖੀਏ, ਤਾਂ ਫਿਰ ਆਪਾਂ ਨੂੰ ਡਰਗ ਲੈਣ ਦੀ ਜਾਂ ਨਸ਼ਾ ਕਰਨ ਦੀ ਜਾਂ ਗਲਤ ਲੱਤ ਲਗਾਉਣ ਦੀ ਜ਼ਰੂਰਤ ਨਹੀਂ ਹੈ ਸਰ। ਅਸੀਂ ਵੇਚਦੀਆਂ ਜੀ ਗਾਵਾਂ ਵੀ ਆਪਾਂ ਮੈਂ ਕਿ ਬੀਟੈਕ ਕਰ ਲਈ, ਪੜ੍ਹੇ ਲਿਖੇ, ਮੈਂ ਹੱਥ ਨਾ ਲਾਵਾਂ ਗਾਵਾਂ ਦੇ, ਹੱਥ ਨਹੀਂ ਲਾਉਂਦੇ ਸੀ ਸਰ। ਭੁੱਖੀਆਂ ਕਿਹੜੇ ਦਾਦਾ ਮੇਰਾ ਕਹਿ ਕੇ ਮਰ ਜਾਂਦਾ ਸੀ, ਇਹਨਾਂ ਨੂੰ ਪਾਣੀ ਪਾ। ਮੈਂ ਕਿਹਾ ਨਹੀਂ, ਮੈਂ ਸਾਇੰਸ ਦਾ ਪੜ੍ਹਿਆ ਲਿਖਿਆ। ਜਦੋਂ ਮੈਂ ਦੁਨੀਆ ਦੇਖੀ ਨਾ ਬਾਹਰ ਜਾ ਕੇ, ਮੈਂ ਕਿਹਾ ਤੂੰ ਕਿੱਥੇ ਫਿਰਦਾ ਹੈ, ਤਾਂ ਤੂੰ ਗਲਤ ਰਾਹ 'ਚ ਪੈ ਗਏ। ਫਿਰ ਅਸੀਂ ਵਾਪਸ ਬੈਕ ਟੂ ਬੇਸਿਕ, ਜ਼ਮੀਨ ਤੋਂ ਵਾਪਸ ਜੁੜੇ ਤੇ ਉਸ ਤੋਂ ਸਟਾਰਟ ਕੀਤਾ ਸਰ। ਤੁਸੀਂ ਆਪਾਂ ਕਹਿੰਦੇ ਅੰਗਰੇਜ਼ਾਂ ਦੇ ਜਵਾਬ, ਅੰਗਰੇਜ਼ਾਂ ਮਤਲਬ ਜਿੰਨਾ ਮੈਂ ਪੜ੍ਹਿਆ ਸਟੱਡੀ ਕੀਤਾ ਸਰ, ਉਹ ਆਪਣੇ ਪੈਰਾਂ 'ਤੇ ਖੜੇ ਹੋ ਜਾਂਦੇ ਆ। 14-15 ਸਾਲ ਦਾ ਜੋਬ ਕਰਨ ਲੱਗ ਜਾਂਦਾ ਉਹਨੂੰ ਪਤਾ ਲੱਗਦਾ ਵੀ ਪੈਸਾ ਕਿੰਨਾ ਔਖਾ ਹੁੰਦਾ ਹੈ। ਜਦੋਂ ਤੱਕ ਤੁਹਾਨੂੰ ਰੂਟ ਦਾ ਪਤਾ ਨਹੀਂ ਲੱਗੇਗਾ ਨਾ, ਤਾਂ ਦਿੱਕਤ ਇਹ ਸਮਾਜ 'ਚ ਰਹਿਣੀ ਹੈ। ਭਾਵੇਂ ਗੌਰਮੈਂਟ ਨੂੰ ਕੋਸ ਲਓ ਵੀ ਪੁਲਿਸ ਕੁਛ ਨਹੀਂ ਕਰਦੀ, ਸਰਕਾਰ ਕੁਝ ਨਹੀਂ ਕਰਦੀ, ਮੰਤਰੀ ਕੁਝ, ਇਹ ਸਾਰੀਆਂ ਗੱਲਾਂ ਫੇਕ ਹੈ ਸਰ। ਕਰਨੀਆਂ ਤਾਂ ਤੁਹਾਨੂੰ ਪਹਿਲਾਂ ਤਾਂ ਘਰੋਂ ਹੀ ਪੈਣੀ ਹੈ। ਮਾਵਾਂ ਗੱਲਾਂ ਕਰਦੀਆਂ ਸਰ, ਸਾਡਾ ਪੁੱਤਰ ਤਾਂ ਖੇਤ ਨਹੀਂ ਜਾਂਦਾ, ਇਹ ਚਿੱਟਾ ਰਹਿੰਦਾ ਅੰਦਰ, ਬੜਾ ਬਾਣੀਆਂ ਵਰਗਾ ਕੱਚਾ। ਇਹ ਨਹੀਂ ਹੈ ਸਰ, ਸੱਚਾਈ ਇਹ ਨਹੀਂ ਹੈ।
ਬਾਣੀਆਂ ਮਤਲਬ ਬਾਣੀਆਂ ਜਿਹੜੇ ਬਾਜ਼ਾਰ 'ਚ ਰਹਿੰਦੇ ਉਹਨਾਂ ਤੁਸੀਂ ਕਹਿਤਾ ਉਹਨਾਂ ਦੇ ਬੱਚੇ ਦੁਕਾਨ ਤੇ ਜਾਂਦੇ ਸਰ। ਕਿੰਨੇ ਬਾਣੀ ਡਰਗਿਸਟ ਦੇਖੇ ਤੁਸੀਂ? ਕੋਈ ਜਵਾਕ ਦੱਸਾਂ, ਕਿਉਂਕਿ ਉਹ ਦੁਕਾਨ ਤੇ ਲੈ ਜਾਂਦੇ, ਦੁਕਾਨ ਤੇ ਨਹੀਂ ਲੈ ਜਾਂਦੇ ਤਾਂ ਘਰੇ ਉਹਨਾਂ ਨੂੰ ਸੀਏ ਕਰ ਰਹੇ, ਕੋਈ ਸੀਐਸ ਕਰੇ, ਉਹਨਾਂ ਨੂੰ ਲਿਆ ਕੇ ਦਿੰਦੇ ਵੀ ਹਿਸਾਬ ਕਰਕੇ ਦੇ, ਕੰਮ ਦਿੰਦੇ ਸਰ। ਕੰਮ ਜ਼ਰੂਰੀ ਹੈ ਪੜ੍ਹਾਈ ਦੇ ਨਾਲ ਨਾਲ। ਮੈਂ ਨਹੀਂ ਕਹਿੰਦਾ ਵੀ ਤੁਸੀਂ ਖੇਤਾਂ 'ਚ ਲਾ ਲਓ ਜਵਾਕ ਨੂੰ, ਪਰ ਤੁਸੀਂ 2 ਮਹੀਨੇ ਲਾ ਲਓ, 3 ਮਹੀਨੇ ਲਾ ਲਓ, ਸਾਲ 'ਚ 20-25 ਦਿਨ ਤੱਕ ਕੰਮ ਕਰ ਹੀ ਸਕਦੇ ਯਾਰ, ਕਿੱਡੀ ਗੱਲ ਹੈ। ਤੇ ਉਹ ਨਸ਼ਾ ਨਹੀਂ ਕਰਦਾ, ਮੈਂ ਲਿਖ ਕੇ ਦੇਣਾ ਤੁਹਾਨੂੰ, ਨਾ ਹੀ ਤੁਹਾਡੇ ਕੋਲ ਕੰਮ ਮੰਗੂਗਾ 30 ਸਾਲ ਬਾਅਦ। ਜੇ ਤੁਸੀਂ ਉਹਨੂੰ ਫੈਸਿਲਿਟੀਆਂ ਜ਼ਿਆਦਾ ਦੇਤੀਆਂ ਜ਼ਰੂਰਤ ਤੋਂ, ਉਹ ਤੁਹਾਡੇ ਕੋਲ ਕੰਮ ਮੰਗੂਗਾ ਵੀ ਪਹਿਲੇ ਬਿਜ਼ਨਸ ਖੜਾ ਕਰਕੇ ਦੇ ਮੈਨੂੰ, ਉਹ ਗਾਵਾਂ 'ਚ ਥੋੜੀ ਲੱਗੂਗਾ ਫਿਰ। ਸਾਡੇ ਜਵਾਕ ਮਤਲਬ ਉਸ ਹਿਸਾਬ ਨਾਲ ਅਸੀਂ ਪੈਟਰਨ 'ਚ ਪੜ੍ਹਾ ਵੀ ਰਹੇ ਹਾਂ, ਖਵਾ ਪਿਆ ਵੀ ਰਹੇ ਹਾਂ। ਅਬ ਤੁਸੀਂ ਕਹਿੰਦੇ ਵੀ ਜੇ ਤੁਹਾਡੇ ਕੋਲ ਡੰਗਰ ਰੱਖੇ ਕਰੇ ਪਸ਼ੂ ਕੇ ਜਵਾਕ ਵੀ ਨਹੀਂ, ਸਾਡੇ ਜਵਾਕ ਇੰਗਲਿਸ਼ ਵੀ ਬੋਲਦੇ ਆ, ਹਿੰਦੀ ਵੀ ਬੋਲਦੇ ਆ, ਪੰਜਾਬੀ ਵੀ ਬੋਲਦੇ, ਸਾਰਾ ਸਮਝਦੇ ਹੋ। ਉਹ ਮਤਲਬ ਕੀ ਕਹਿੰਦੇ ਸਕੋਲਰ ਵੀ ਹੈ ਸਾਡੇ ਬੱਚੇ। ਚੀਜ਼ਾਂ ਸਾਰੀਆਂ ਹੀ ਹੈ ਸਰ, ਪਰ ਚੀਜ਼ਾਂ ਦੇ ਨਾਲ ਨਾਲ ਉਹ ਰੂਟ ਕੋਜ ਨਾਲ ਜੁੜੇ ਹੋਏ, ਉਹਨਾਂ ਨੂੰ ਪਤਾ ਜ਼ਰੂਰ ਲੱਗਦਾ ਵੀ ਮੇਰੀ ਮਾਂ 11 ਵਜੇ ਆਈ ਹੈ ਗੋਹਾ ਸੁੱਟ ਕੇ, ਤਾਂ ਗਰਮੀ ਇਹਦੇ ਨੂੰ ਮੰਮਾ ਤੁਸੀਂ ਬੈਠੋ ਮੈਂ ਤੁਹਾਨੂੰ ਪਾਣੀ ਦੇਵਾਂਗੀ। ਉਹਨੂੰ ਆਪਣੇ ਆਪ ਫੀਲ ਆਉਂਦਾ ਅੰਦਰੋਂ, ਕਿਉਂਕਿ ਉਹਨੂੰ ਪਤਾ ਲੱਗਦਾ ਵੀ ਮਾਂ ਕੰਮ ਕਰਦੀ ਹੈ। ਜਵਾਕ ਅੰਦਰ ਏਸੀ 'ਚ ਬੈਠਾ ਰਹੇ, ਉਹਨੂੰ ਪਤਾ ਹੀ ਨਾ ਹੋਵੇ, ਤੇ ਬਾਅਦ 'ਚ ਤੁਸੀਂ ਸਰ 30 ਸਾਲਾਂ ਬਾਅਦ ਉਹਨਾਂ ਨੂੰ ਦੋਸ਼ ਦਿਓ, ਬਲੇਮ ਕਰੋ, ਤਾਂ ਇਹ ਫਾਇਦਾ ਨਹੀਂ ਹੈ। ਦੋ ਕਸੂਰ ਦੋਵਾਂ ਦਾ ਹੀ ਹੈ ਨਾ। ਥੋੜਾ ਜਿਹਾ ਇੱਕ ਬੰਦਾ ਜੇ ਆਪਦੀ ਸਟੇਟ ਤਹਿਸੀਲ 'ਚ ਸਟਿਕ ਹੋ ਕੇ ਕੰਮ ਕਰੇ ਨਾ, ਨਕਲੀ ਦੁੱਧ ਵੇਚਣਾ ਬੰਦ ਕਰ ਦੇ, ਤਾਂ ਸਾਡੇ ਵਰਗਾ ਜਿਹੜਾ ਪਿੰਡਾਂ ਵਾਲਾ ਜ਼ਮੀਂਦਾਰ ਹੈ ਉਹਨੂੰ ਰੇਟ ਮਿਲਣ ਲੱਗ ਜਾਏਗਾ। ਅਸੀਂ ਕੋਈ ਲੱਖ ਰੁਪਏ ਰੇਟ ਥੋੜੀ ਮੰਗਦੇ ਹਾਂ, ਅਸੀਂ 1 ਲੀਟਰ ਦਾ ਮੰਗਦੇ ਹਾਂ 50 ਰੁਪਏ ਰੇਟ। ਸਪੋਜ਼ ਕਰੋ ਇਹਨਾਂ ਦੇਸੀ ਗਾਵਾਂ ਦਾ 5 ਫੇਟ ਦਾ ਦੁੱਧ ਹੁੰਦਾ ਹੈ, 50 ਰੁਪਏ ਸਾਨੂੰ ਮਿਲਦੇ, ਤਾਂ 50 ਚੋਂ 40 ਰੁਪਏ ਖਰਚਾ ਆ ਗਿਆ, 38-40 ਰੁਪਏ, 10-12 ਰੁਪਏ ਲੀਟਰ ਦਾ ਸਾਨੂੰ ਬਚੇ। ਮਤਲਬ ਸਾਡੇ 7-8-10 ਬੰਦੇ ਮਿਹਨਤ ਕਰਦੇ ਹਾਂ, ਅਸੀਂ ਕਰਦੇ ਹਾਂ, ਜੇ ਸਾਨੂੰ ਜੇ 1500 ਰੁਪਏ ਸਾਰਿਆਂ ਨੂੰ ਮਿਲ ਜਾਣ ਨਾ, ਤਾਂ ਅਸੀਂ ਖੁਸ਼ ਹਾਂ। ਇਹ ਸਮਾਜ ਨੂੰ ਵੀ ਦੇਖਣਾ ਪਊਗਾ। ਬਾਜ਼ਾਰਾਂ 'ਚ ਜਿਹੜੇ ਭੈਣ ਭਰਾ ਰਹਿੰਦੇ ਵੀ ਆਪਾਂ 4 ਕਿਲੋ ਨਹੀਂ ਲੈਣਾ ਬਈ, ਆਪਾਂ ਲੈਣਾ ਤਾਂ 2 ਕਿਲੋ ਹੀ ਹੈ, ਲੈਣਾ ਢੰਗ ਦੇ ਬੰਦੇ ਕੋਲ, ਜਿਹੜਾ ਕਰੋ ਸਿੱਧਾ ਖਾਲਸ ਦੁੱਧ ਨਿਕਾਲ ਕੇ ਲਿਆਉਂਦਾ ਹੈ ਤੇ ਲਿਆ ਕੇ ਸਾਡੇ ਘਰੇ ਪਾ ਕੇ ਜਾਂਦਾ ਹੈ। ਕਦਰ ਸਰ ਹਰੇਕ ਕੰਮ ਦੀ ਕਰਨੀ ਬਣੀ ਹੈ। ਕੋਈ ਕਹਿੰਦਾ ਮਲਾਈ ਨਹੀਂ ਆਉਂਦੀ ਦੁੱਧ 'ਚ, ਮਲਾਈ ਤਾਂ ਮੈਂ ਕੱਢ ਦੂੰਗਾ, ਮੈਂ ਮੱਖਣ ਕੱਢ ਦੂੰਗਾ ਸਰ ਦੁੱਧ 'ਚੋਂ, ਮੈਨੂੰ ਆਉਂਦਾ ਕੱਢਣਾ। ਬਿਨਾਂ ਦੁੱਧ ਤੋਂ ਮੈਂ ਬਟਰ ਬਣਾ ਦੂੰਗਾ, ਪਰ ਫਿਰ ਬਣਾਉਣ ਦਾ ਫਾਇਦਾ ਨਹੀਂ। ਡੈਡੀ ਕਹਿੰਦਾ ਵੀ ਮਰ ਜਾਓ, ਇਹ ਕਰੇ ਆਪ ਮਰ ਜਾਓ, ਆਪਦੇ ਜਵਾਕਾਂ ਨੂੰ ਮਾਰੋ, ਕੱਟ ਕਰ ਲਓ ਨਾ। ਕਹਿੰਦਾ ਹੋਰ ਦੇ ਮਾਰਨ ਦੀ ਬਜਾਏ ਤੁਸੀਂ 4 ਪੰਜਾਬ ਦੇ ਮਾਰ ਲਓ, ਲੋਕਾਂ ਦੇ 20 ਮਾਰੋਗੇ, ਪੰਜਾਬ ਦੇ ਮਾਰ ਲਓ, ਤਾਂ ਕਿ ਇਹ ਘੱਟ ਹੋ ਜਾਣਗੇ, ਖਰਚਾ ਘੱਟ ਜਾਏਗਾ, ਫਿਰ ਤੁਹਾਨੂੰ ਗੜਬੜ ਕਰਨੀ ਨਹੀਂ ਪੈਣੀ। ਤਾਂ ਸਾਰਿਆਂ ਦਾ ਰੋਲ ਹੈ ਸਰ, ਥੋੜਾ ਕੀਤਾ ਜਦੋਂ ਅਪਣਾਉਣਗੇ, ਜਦੋਂ ਕੋਈ ਭੈਣ ਭਰਾ ਜਿਹੜੇ ਲੱਗੇ ਹੋਏ ਹੈ, ਉਹ ਵੀ ਜਿਵੇਂ ਫੂਡ ਇੰਸਪੈਕਟਰ, ਉਹ ਛੋਟੀ ਛੋਟੀ ਪੋਸਟਾਂ 'ਤੇ ਜਿਹੜੇ ਵੀ ਹੈ, ਉਹ ਆਪ ਦਾ ਕੰਮ ਇਮਾਨਦਾਰੀ ਨਾਲ ਕਰਨ ਵੀ ਜਿੱਥੇ ਵੀ ਗੜਬੜ ਲੱਗੇ ਉੱਥੇ ਨਕਲੀ ਸਮਾਨ ਬੰਦ ਕਰ ਦੇਣ। ਤੇ ਨਕਲੀ ਸਮਾਨ ਬੰਦ ਕਰਨਾ ਮਤਲਬ ਇਹ ਨਹੀਂ ਹੈ ਦੁੱਧ 100 ਰੁਪਏ ਲੀਟਰ ਹੋ ਜਾਏਗਾ, ਪਰ 50 ਰੁਪਏ ਹੋਊਗਾ, ਪਰ ਉਹ ਵਿਕੂਗਾ ਸਹੀ। ਫਿਰ ਸਹੀ ਬੰਦੇ ਦਾ ਚੀਜ਼ ਸਹੀ ਬੰਦਿਆਂ ਕੋਲ ਜਾਣ ਲੱਗ ਜਾਏਗੀ। ਮਤਲਬ ਜਿਵੇਂ ਨਾ ਗੱਡੀ ਦਾ ਟਾਇਰ, ਸਹੀ ਗੱਡੀ ਦਾ ਟਾਇਰ ਸਹੀ ਗੱਡੀ ਨੂੰ ਫਿੱਟ ਹੋ ਜਾਏ ਨਾ, ਤਾਂ ਪਰਫਾਰਮੈਂਸ ਬਹੁਤ ਦਿੰਦਾ, ਉਹ ਚੰਗਾ ਚੱਲਦਾ ਹੈ। ਤੇ ਉਹ ਰੋਂਗ ਫਿਟਮੈਂਟ ਹੋ ਜਾਏ ਉਹ ਚੀਜ਼ ਦੀ, ਜਿਵੇਂ ਕਿ ਗੱਡੀ ਦੀ ਲੈ ਲਓ, ਕਿਸੇ ਨੂੰ ਜ਼ਰੂਰਤ ਹੈ ਪਿਕਅਪ ਦੀ, ਤੇ ਉਹਨੂੰ ਦੇਤੀ ਬਲੋਰੋ, ਤਾਂ ਬਲੋਰੋ 'ਚ ਜਿਵੇਂ ਸਮਾਨ ਪਾ ਕੇ ਲੋਡਿੰਗ ਗੱਡੀ ਦੇਤੀ, ਪੈਸੇਂਜਰ ਗੱਡੀ ਦੇਤੀ, ਜ਼ਰੂਰਤ ਉਹਨੂੰ ਲੋਡਿੰਗ ਗੱਡੀ ਦੀ ਹੈ, ਤੇ ਪੈਸੇਂਜਰ ਪਰਫਾਰਮ ਨਹੀਂ ਕਰੂਗੀ। ਉਹੀ ਗੱਲ ਹੈ ਸਰ, ਜੇ ਸਾਰੇ ਆਪ ਦਾ ਥੋੜਾ ਜਿਵੇਂ ਤੁਹਾਡੇ ਵਾਲੇ ਮੀਡੀਆ ਵਾਲੇ ਭਰਾ ਦਾ ਵਧੀਆ ਰੋਲ ਨਿਭਾਉਣਗੇ, ਜਿਵੇਂ ਤੁਸੀਂ ਮੇਰੇ ਕੋਲ ਆਏ ਹੋ, ਤੁਸੀਂ ਵੀ ਦਿਖਾਉਂਦੇ ਹੋ, ਬਹੁਤ ਕਰਦੇ ਹੋ ਸਰ, ਆਲਰੇਡੀ ਬਹੁਤ ਕੀਤਾ ਹੈ ਚੀਜ਼ਾਂ ਇਹਨਾਂ ਵਾਸਤੇ। ਥੋੜਾ ਸਮਾਜ ਦੀ ਬਰੀਕੀਆਂ ਦਿਖਾਓਗੇ ਨਾ, ਤੁਸੀਂ ਲੋਕਾਂ ਦਾ ਦਰਦ ਦਿਖਾਓਗੇ, ਜਾਂ ਉਹਨਾਂ ਨੂੰ ਉਹ ਥੋੜੇ ਜਿਹੇ ਜਾਗਰੂਕ ਹੋ ਜਾਣਗੇ ਵੀ ਜਵਾਕ ਤਾਂ ਆਪਣੇ ਵੀ ਹੈ, ਤਾਂ ਇਹ ਸਰ ਸਾਰਾ ਕੰਮ ਖਤਮ ਹੋ ਜਾਏਗਾ, ਤਾਂ ਕੋਈ ਨਹੀਂ ਮਰੇਗਾ, ਫਿਰ ਆਪ ਦਾ ਕੰਮ ਕਰੇਗਾ। ਇਹ ਸਨ ਨੌਜਵਾਨ ਕਿਸਾਨ ਜਿਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਜਦੋਂ ਤੱਕ ਆਪਾਂ ਆਪਣੇ ਕਿੱਤੇ ਦੇ ਨਾਲ ਜ਼ਮੀਨੀ ਹਕੀਕਤ ਦੇ ਨਾਲ ਨਹੀਂ ਜੁੜਦੇ, ਉਦੋਂ ਤੱਕ ਇਸ ਸਮਾਜ ਨੂੰ ਕੋਈ ਚੰਗੀ ਦਿਸ਼ਾ ਨਹੀਂ ਦੇ ਸਕਦੇ, ਆਪਣਾ ਜਿਹੜਾ ਹੈਗਾ ਜੀਵਨ ਪੱਧਰ ਜਿਹੜਾ ਹੈਗਾ ਉੱਚਾ ਨਹੀਂ ਕਰ ਸਕਦੇ। ਇਸ ਲਈ ਹਰੇਕ ਨੌਜਵਾਨ ਨੂੰ ਆਪਣੇ ਕਿੱਤੇ ਨਾਲ ਜੁੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੋਰ ਨਵੀਆਂ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।